ਤੇ ਲੇਕਿਨ ਅਮਰ ਨਜ਼ੀਰ ਸਾਹਿਬ ਨੂੰ ਇਹਦਾ ਕੋਈ ਅਸਰ ਨਹੀਂ ਹੋਣਾ, ਕਿਉਂਕਿ ਮੈਂ ਅਥਰੂ ਪੁੰਝਣੇ ਨੇ ਇਹਨਾਂ ਦੇ, ਮੈਨੂੰ ਇਜਾਜ਼ਤ ਦਿਓ। ਜਿੰਨਿਆਂ ਫਿਰਕਿਆਂ ਦਾ ਤੁਸੀਂ ਨਾਂ ਲਿਆ ਹੈ, ਉਹ ਸਾਰੇ ਫਿਰਕਿਆਂ ਤੋਂ ਬਰੀਅਤ ਦਾ ਐਲਾਨ ਕਰ ਚੁੱਕੇ ਨੇ। ਉਹਨਾਂ ਨੂੰ ਬਿਲਕੁਲ ਉਹ ਇਹਦਾ ਰਿਸਪੌਂਡ ਵੀ ਨਹੀਂ ਕਰਨ ਦੇ, ਮੈਨੂੰ ਉਮੀਦ ਹੈ। ਨਹੀਂ ਮੈਂ ਰਿਸਪੌਂਡ ਕਰਾਂਗਾ, ਮੈਂ ਰਿਸਪੌਂਡ ਕਰਾਂਗਾ ਜੇ ਇਜਾਜ਼ਤ ਦਿਓ। ਦੇਖੋ ਨਾ, ਉਹਨਾਂ ਫਿਰਕਿਆਂ ਦਾ ਜਿੰਨਿਆਂ ਦਾ ਨਾਂ ਲਿਆ ਅਮਰਜੀਤ ਸਾਹਿਬ, ਤੁਸੀਂ ਕਿਹੜਾ ਉਹਨਾਂ ਨੂੰ ਕਰਦੇ ਹੋ? ਸਾਰਿਆਂ ਦਾ ਨਾਮ ਲੈ ਕੇ ਮੈਂ ਗੱਲ ਕਰਾਂ ਸਾਹਿਬ, ਉਹਨਾਂ ਨੂੰ ਰਿਸਪੌਂਡ ਕਰਨ ਦਾ ਪੂਰਾ ਰਾਈਟ ਹੈ, ਉਹਨਾਂ ਨੂੰ ਵੀ ਟਾਈਮ ਦਿਓ। ਔਰ ਦੂਜਾ, ਤੁਸੀਂ ਸਖਤ ਗੱਲ ਨਾ ਕਰੋ ਕਿ ਉਹਨਾਂ ਨੂੰ ਕੋਈ ਅਸਰ ਨਹੀਂ ਹੋਣਾ। ਅਸਰ ਹੋਣ ਵਾਲੇ ਪਤਾ ਵੀ ਨਹੀਂ ਲੱਗਦਾ ਹੁੰਦਾ ਕਿ ਫੱਟ ਹੋ ਜਾਵੇ। ਇੰਨਾ ਸਖਤ ਨਾ ਅੱਜ ਬੋਲੋ ਤੁਸੀਂ। ਇਹ ਪਤਾ ਮਸਲਾ ਕੀ ਹੈ, ਇਹ ਰਾਤੀ ਨਵਾਜ਼ਾਂ ਤੇ ਦੁਆਵਾਂ ਦਿੰਦੇ ਜਮਾਤੇ ਅੰਬੀਆਂ ਨੂੰ ਕਿ ਯਾਰ ਅੱਜ ਮੇਰੀ 4 ਰੋਟੀਆਂ ਵੱਧ ਹੋ ਗਈ, 4 ਰੋਟੀਆਂ ਮੈਨੂੰ ਵੱਧ ਲੱਗ ਗਈਆਂ। ਬਸ ਤੁਹਾਡੀ ਗੱਲ ਆ ਗਈ ਹੈ ਨਾ। ਉਹ ਨਹੀਂ ਉਹ ਫਿਰ ਹਕੂਕ ਦਾ ਮਸਲਾ ਆਇਆ ਨਾ ਸੇਲ ਸਾਹਿਬ, ਤੁਸੀਂ ਅੱਛਾ, ਪਹਿਲੇ ਤੇ ਆਪਣਾ ਸੇਲ ਨਾਸਰ ਸਾਹਿਬ, ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕ ਦੇਣਾ ਕਿ ਪਾਕਿਸਤਾਨ ਤੁਹਾਨੂੰ ਕੋਈ ਨਹੀਂ ਨਾ ਕਹਿਣ ਦਿੰਦਾ। ਇੱਥੇ ਤੁਸੀਂ ਇੱਕ ਦੂਜੇ ਨੂੰ ਆਖਿਆ ਕਰੋ, ਅਹਿਮਦੀ ਮੁਸਲਮਾਨ ਭਾਈ ਨੂੰ ਕੀ ਹਾਲ ਹੈ, ਇੱਕ ਦੂਜੇ ਨੂੰ ਤੁਸੀਂ ਮੁਸਲਮਾਨ ਆਖ ਕੇ ਨਾ ਆਪਣਾ ਦਿਲ ਠੰਡਾ ਕਰ ਲਿਆ ਕਰੋ। ਇਹ ਤੇ ਮੇਰੀ ਤਰਫੋਂ ਤੁਹਾਨੂੰ ਬਿਲਕੁਲ ਮੁਬਾਰਕ ਹੈ। ਇਹ ਬਿਹਤਰੀਨ ਤਰੀਕਾ ਹੈ ਆਪਣੇ ਦਿਲ ਦੀ ਅੱਗ ਨੂੰ ਬੁਝਾਉਣ ਵਾਸਤੇ। ਇਹ ਬਿਹਤਰੀਨ ਪਾਣੀ ਹੈ, ਇਹਦੇ ਨਾਲ ਅੱਗ ਬੁਝ ਜਾਏਗੀ। ਪਹਿਲੀ ਤੇ ਗੱਲ ਹੈ ਕਿ ਤੁਸੀਂ ਆਮਦੇ ਇੱਕ ਦੂਜੇ ਨੂੰ ਨਾ ਕੀ ਹਾਲ ਹੈ ਅਹਿਮਦੀ ਮੁਸਲਮਾਨ ਭਾਈ ਨੂੰ। ਤੇ ਦੂਜੀ ਗੱਲ ਹੈ ਵੇ, ਇਹ ਜਿਹੜੀ ਤੁਹਾਡੀ ਤਕਰੀਰ ਹੈ ਨਾ, ਜਿਹਦਾ ਕੋਈ ਸਿਰ ਪੈਰ ਨਹੀਂ ਸੀ, ਅਮਰ ਸਾਹਿਬ ਇੱਕ ਵਾਰੀ ਫੇਰ ਕਰਨਾ ਬੜਾ ਅੱਛਾ ਲੱਗ ਰਿਹਾ ਵੈਸੇ ਵਰਡਸ। ਇਹ ਸੁਣ ਕੇ ਨਾ ਤਕਰੀਰ, ਤੇ ਮੈਨੂੰ ਤੁਹਾਡੇ ਖਲੀਫਾ ਸਾਹਿਬ ਦੀ ਤਕਰੀਰ ਯਾਦ ਆ ਰਹੀ ਹੈ, ਜਦੋਂ ਉਹ ਅਹਰਾਰੀਆਂ ਦੇ ਤੇ ਮੌਲਾਨਾ ਮਦੂਦੀ ਦੇ ਦੌਰ 'ਚ ਕਹਿੰਦੇ ਸਨ ਨਾ, ਹੁਣ ਵਕਤ ਆ गया है, अब वक्त आ गया है, इनका खून का हिसाब लिया जाएगा, इन मौलवियों से लिया जाएगा साहब, वक्त आ गया। ये तिफल तसलियां देंदे हैं भाईजान, ਤੁਹਾਨੂੰ ਬੜੇ ਹੀ ਸਾਲ ਗੁਜ਼ਰ ਗਏ ਨੇ, ਨਾ खुदा ही मिला ना मिसाल सनम, ना इधर के रहे ना उधर के। ਇਹ ਢੇਰ ਹੀ ਅਰਸਾ ਗੁਜ਼ਰ ਗਿਆ, ਤਿਫਲ ਤਸਲੀਆਂ ਦਿੰਦੇ, ਕੋਈ ਨਹੀਂ ਬਣਿਆ ਕੰਮ ਤੁਹਾਡੇ ਕੋਲੋਂ। ਇਹ ਨਾ ਇਹਨਾਂ ਨੂੰ ਮੁਤਮਿਨ ਕਰੋ ਕਿ ਹੁਣ ਅਸੀਂ ਇਹਨਾਂ ਕੋਲ ਪੁੱਛ ਨਹੀਂ ਲੈਣਾ, ਭਾਬੀਆਂ ਨੂੰ ਪੁੱਛ ਲੈਣਾ, ਬਰੇਲਵੀਆਂ ਨੂੰ ਪੁੱਛ ਲੈਣਾ, ਦੇਵਬੰਦੀਆਂ ਨੂੰ ਪੁੱਛ ਲੈਣਾ। ਉਹ ਭਾਈ ਸਾਹਿਬ, ਮੁਸਲਮਾਨਾਂ 'ਚ ਬੜੀਆਂ ਹੀ ਗੁੰਮਰਾਹੀਆਂ ਨੇ, ਬੜੀਆਂ ਹੀ ਗਲਤੀਆਂ ਨੇ, ਲੇਕਿਨ ਮਸਲਾ ਇਹ ਵੇ ਕਿ ਤੁਹਾਡਾ ਆਪਣਾ ਇੱਕ ਨਬੀ ਅਲੱਗ ਹੈ। ਪ੍ਰੋਬਲਮ ਹੈ ਵੇ ਕਿ ਮੁਸਲਮਾਨਾਂ ਦੇ ਵਿੱਚ ਕਿਸੇ ਕੋਲ ਕੋਈ ਨਬੀ ਹੈ ਨਹੀਂ। ਜਿਹੜੇ ਫਿਰਕੇ ਵਿੱਚ, ਜਿਹੜੇ ਗਰੋਹ ਵਿੱਚ ਇਹ ਦਾਵਾ ਮੌਜੂਦ ਹੋਵੇ ਕਿ ਸਾਡਾ ਆਪਣਾ ਨਬੀ ਹੈ, ਸਾਡੇ ਕੋਲ ਐਸਾ ਇਲਹਾਮੀ ਕਲਾਮ है जिस तरह का कुरान पाक है, कुरान की तरह इस पर ईमान लाया हूँ, तौरात की तरह, इंजील की तरह, ज़बूर की तरह मैं इस कलाम पर ईमान लाया। एक फिरका दसो, एक ग्रोह दसो, ਅਸੀਂ ਆਖਾਂਗੇ ਵੀ ਤੁਹਾਡੇ ਨਾਲ ਹੀ ਇਹਨੂੰ ਮਿਲਾ ਜਾਓ ਨਾਲ ਹੀ। ਲੇਕਿਨ ਇਸ ਤਰ੍ਹਾਂ ਨਹੀਂ ਹੈ। ਨਬੀ ਅਲੈਹਿਸਸਲਾਤੁ ਵਸਲਾਮ ਦੀ ਨਬੂਵਤ ਦੇ ਹਸਾਰ ਦੇ ਅੰਦਰ ਰਹਿੰਦੇ ਹੋਇਆਂ ਮੁਸਲਮਾਨਾਂ ਦੇ ਅੰਦਰ ਬਹੁਤ ਵੱਡੀਆਂ ਗਲਤੀਆਂ ਮੌਜੂਦ ਨੇ, ਮੈਂ ਐਡਮਿਟ ਕਰਨਾ। ਲੇਕਿਨ ਹੈ ਉਹ ਨਬੀ ਪਾਕ ਦੀ ਉਮਤ ਦੇ ਹਸਾਰ ਦੇ ਅੰਦਰ ਨੇ, ਨਬੀ ਪਾਕ ਦੀ ਨਬੂਵਤ ਦੇ ਦਾਇਰੇ ਦੇ ਅੰਦਰ ਨੇ। ਤੁਸੀਂ ਆਪਣਾ ਨਬੀ ਜਦੋਂ ਬਣਾ ਲਿਆ, ਆਪਣਾ ਨਵਾਂ ਕਲਾਮ ਤੁਹਾਡੇ ਤੇ ਆ ਗਿਆ, ਤੇ ਹੁਣ ਤੁਹਾਨੂੰ ਮੇਰਾ ਨਹੀਂ ਖਿਆਲ ਕਿ ਕੋਈ ਜ਼ਰੂਰਤ ਹੈ ਕਿ ਤੁਸੀਂ ਦੁਬਾਰਾ ਮੁਸਲਮਾਨਾਂ ਦਾ ਪਿੱਛਾ ਕਰੋ। ਹਾਂ, ਤੁਸੀਂ ਇਹ ਕਹੋ ਕਿ ਇਹ ਜਿਹੜਾ ਮਜ਼ਹਬ ਸਾਡਾ ਹੈ ਨਾ, ਇਹ ਹੀ ਅਸਲ ਇਸਲਾਮ ਹੈ। ਤੁਸੀਂ ਸਾਰੇ ਕਾਫਰ ਤੇ ਪੱਕੇ ਕਾਫਰ ਹੋ, ਕਿਉਂਕਿ ਤੁਸੀਂ ਸਾਡੇ ਮਸੀਹ ਮੌਤ ਦਾ ਇਨਕਾਰ ਕੀਤਾ। ਮੈਂ ਕਹਿੰਦਾ ਰੋਜ਼ ਗੱਲ ਕਰਿਆ, ਇਹ ਤੁਸੀਂ ਕਰਦੇ ਨਹੀਂ ਹੈ। ਇਹਦੇ ਤੇ ਜ਼ੋਰ ਦਿਆ ਕਰੋ ਕਿ ਇਹਨਾਂ ਦਾ ਇਸਲਾਮ ਨਾਲ ਤਲਕ ਹੀ ਕੋਈ ਨਹੀਂ। ਅਸੀਂ ਅਸਲ ਮੁਸਲਮਾਨ ਨੇ ਤੇ ਸਾਰੇ ਕਾਫਰ ਨੇ, ਕਿਉਂਕਿ ਨਾ ਸਾਡੇ ਮਸੀਹ ਮੌਤ ਨੂੰ ਨਹੀਂ ਮੰਨਿਆ ਜੀ। ਸੋਹੇਲ ਨਾਸਰ ਸਾਹਿਬ ਨੇ ਨਾ ਬਹੁਤ ਵੱਡੀ ਗੁਸਤਾਖੀ ਕਰਤੀ ਹੈ ਯਾਰ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰਿਆਂ ਨੂੰ। ਟਿਕਟੌਕ ਦੀ ਦੁਨੀਆ ਵਿੱਚ ਤੇ ਅਮਰ ਨਜ਼ੀਰ ਸਾਹਿਬ ਇਮਾਮ ਨੇ ਸਾਰੇ ਫਿਰਕਿਆਂ ਦੇ, ਇਹਨਾਂ ਨੇ ਪਤਾ ਨਹੀਂ ਕਿਉਂ ਕਹਿਤਾ ਵੀ ਉਹ ਭਾਈ, ਉਹ ਅਮਰ ਨਜ਼ੀਰ ਸਾਹਿਬ ਨੇ ਜਿਹੜਾ ਫਰਮਾਇਆ ਨਾ ਕਿ ਉਹ ਖਲੀਫਤੁਲ ਮਸੀਹ ਸਾਨੀ ਦੀ ਤਕਰੀਰ ਦਾ ਕਹਿ ਰਹੇ ਨੇ, ਅਹਰਾਰੀਆਂ ਨੂੰ ਕੀਤੀ ਸੀ ਤੇ ਇਹ ਕਿਹਾ ਸੀ, ਉਹ ਮੈਨੂੰ ਗੱਲ ਯਾਦ ਆ ਗਈ ਕਿ 50 ਸਾਲ ਤੋਂ ਤੇ ਮੈਂ ਵੀ ਦੇਖ ਰਿਹਾ ਕਿ ਹਰ ਕਾਨੂੰਨ ਲਿਆ ਕੇ, ਕਦੀ ਕਾਫਰ ਕਰਾਰ ਦੇ ਕੇ, ਕਦੀ ਆਰਡੀਨੈਂਸ ਲਾ ਕੇ, ਕਦੀ 295, ਹਰ ਵਾਰੀ ਹਰ ਲੀਡਰ ਨੇ ਇਹਨਾਂ ਦੇ, ਹਰ ਵੱਡੇ ਉਲਮਾ ਕਰਾਮ ਜੀ ਐਸੀ ਆਖਰੀ ਕੀਲ ਠੋਕ ਦਿੱਤਾ ਹੈ ਜੀ ਤਬੂਤ, ਅਹਿਮਦੀਆ ਦੇ ਤਬੂਤ ਵਿੱਚ। ਉਹ ਸਾਲ 6 ਮਹੀਨੇ ਬਾਅਦ ਪਤਾ ਲੱਗਦਾ ਉਹ ਕਿਲ ਆਪਣੇ ਆਪ ਨੂੰ ਠੁਕਿਆ ਹੁੰਦਾ ਹੈ। ਫਿਰ ਕਹਿੰਦੇ ਨੇ ਜਨਾਬ ਉਹ ਨਹੀਂ ਜੀ ਇਹ ਤਾਂ ਨਹੀਂ ਕਿਲ ਠੁਕਿਆ, ਹੁਣ ਅੱਗੋਂ ਲਿਆਵਾਂਗੇ ਕਾਨੂੰਨ ਤੇ ਫਿਰ ਆਖਰੀ ਕੀਲ ਠੋਕਾਂਗੇ। ਤੇ 50 ਸਾਲ ਤੋਂ ਤਾਂ ਮੈਂ ਵੀ ਆਖਰੀ ਕੀਲ ਠੋਕਦੇ ਵੇਖਦਾ, ਤੇ ਉਹਨਾਂ ਨੂੰ ਪਤਾ ਇਹ ਲੱਗਦਾ ਆਖਦੇ ਉਹ ਕਿਲ ਤਾਂ ਸਾਨੂੰ ਹੀ ਠੁਕ ਗਿਆ ਹੈ। ਨਹੀਂ, ਉਹਦਾ ਜਵਾਬ ਇਹ ਵੇ ਕਿ ਸ਼ਹਿਰੀ ਸਾਹਿਬ ਜਿਹੜਾ ਹੁੰਦਾ ਨਾ ਸੰਦੂਕ, ਉਹਦੇ 'ਚ ਲਾਸ਼ ਪਈ ਹੋਵੇ ਤੇ ਉਹਦੇ 'ਚ ਬਰਫ਼ ਰੱਖੀ ਹੋਵੇ ਨਾ, ਉਹ ਖੋਰ ਕੇ ਕਿਰੋਂ ਨਾ ਕਿਰੋਂ ਪਾਣੀ ਨਿਕਲ ਹੀ ਆਉਂਦਾ ਨਾ। ਉਹ ਇਹਦਾ ਕੋਈ ਐਡਾ ਵੱਡਾ ਮਸਲਾ ਕੋ ਨਹੀਂ ਹੈ। ਕਿਲ ਠੋਕਦੇ ਰਹੀਏ, ਸੰਦੂਕ ਨੂੰ ਘੁੱਟਦੇ ਰਹੀਏ, ਤਾਂ ਵੀ ਜਿਹੜਾ ਨਾ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਤੁਸੀਂ ਬਾਦਸ਼ਾਹ ਆਦਮੀ ਹੋ, ਬਸ ਤੁਸੀਂ ਜੋ ਮਸਲਾ ਇਹ ਹੋ ਗਿਆ ਹੈ ਕਿ ਬਰਫ਼ ਵੀ ਜ਼ਿਆਦਾ ਪੈ ਗਈ ਹੈ ਤੇ ਖੇਲ ਵੀ ਵਾਵਾ ਠੋਕ ਗਏ ਨੇ। ਹੁਣ ਸੰਦੂਕ ਉੱਤੇ ਤਰਨਾ ਸ਼ੁਰੂ ਹੋ ਗਿਆ ਤੇ ਆਪ ਵਿੱਚ ਡੁੱਬ ਗਏ ਨੇ। ਅਸਲ ਲਾਸ਼ ਹੀ ਬਦਬੂਦਾਰ ਹੈ, ਲਾਸ਼ ਹੀ ਬਦਬੂਦਾਰ। ਹੁਣ ਆਪ ਡੁੱਬੇ ਖਲੋਤੇ ਨੇ ਵਿੱਚ, ਇਹ ਲਾਸ਼ ਹੀ ਬਦਬੂਦਾਰ ਹੈ। ਉਹ ਪਾਣੀ ਉਤੋਂ ਲਾਸ਼ ਤੇ ਸਾਰਾ ਸੰਦੂਕ ਖਾਲੀ ਸੰਦੂਕ ਹੀ ਸੀ ਨਾ, ਸੰਦੂਕ ਤੇ ਉੱਤੇ ਤਰਨਾ ਸ਼ੁਰੂ ਹੋ ਗਿਆ। ਨਹੀਂ ਆ ਵਿੱਚ ਡੁੱਬ ਗਏ ਥੱਲੇ, ਬਰਫ਼ ਜ਼ਿਆਦਾ ਪਾ ਬੈਠੇ।
ਨਹੀਂ ਅਸਲ ਦੇ ਵਿੱਚ ਇਹ ਵੇ ਕਿ ਉਹ ਜਿੰਨਾ ਵੀ ਕਰੀ ਵੇਖੋ ਨਾ 74 ਚ ਕਾਨੂੰਨ ਬਣਾਇਆ ਬਨਜ਼ੀਰ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਅੱਗੋਂ ਫਿਰ ਜ਼ਰੂਰਤ ਨਾ ਪਏਗੀ। ਕਰਿਆ ਕਰੋ ਯਾਰ, ਤੁਸੀਂ ਤੁਹਾਡੇ ਮੂੰਹ ਚ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਦੁਆ ਕਰਨਾ ਕਿ ਤੁਹਾਨੂੰ ਕਿਤੇ ਇਹ ਸਿਚੁਏਸ਼ਨ ਵਿੱਚ ਜੀਣਾ ਨਾ ਪੈ ਜਾਏ। ਜੇ ਜੀਣਾ ਪੈ ਗਿਆ ਤੁਸੀਂ ਹਫਤਾ ਨਹੀਂ ਕੱਢਣਾ। ਆਮਜ਼ੀ ਸਾਹਿਬ ਅਵੱਲਾ ਅਗਰ ਮੈਂ ਕਿਸੇ ਕੌਮ ਨਾਲ ਜਾ ਕੇ ਇਸ ਤਰ੍ਹਾਂ ਧੱਕਾ ਕਰਾਂ ਤੇ ਉਹਨਾਂ ਨੂੰ ਆਖਾਂ ਕਿ ਤੁਸੀਂ ਨਿਕਲੋ ਘਰੋਂ ਬਾਹਰ, ਇਹ ਤੁਹਾਡਾ ਘਰ ਮੇਰਾ ਹੈ, ਮੈਂ ਇਹਦਾ ਮਾਲਕ ਹਾਂ। ਅਸੀਂ ਕਦੋਂ ਤੁਹਾਨੂੰ ਕਹਿੰਦੇ ਆਪਣੇ ਘਰੋਂ ਬਾਹਰ ਨਿਕਲੋ? ਐਮਪੀ ਸਾਹਿਬ ਅੱਜ ਪਾਬੰਦੀ ਲੱਗੀ ਨਾ ਕਿ ਵੀ ਇੱਥੇ ਕੋਈ ਮੁਸਲਮਾਨ ਰਹਿ ਨਹੀਂ ਸਕਦਾ, ਮੈਨੂੰ ਲੱਗਦਾ ਸਭ ਤੋਂ ਪਹਿਲੇ ਇਹਨਾਂ ਜਿਹੜੇ ਉਹਨਾਂ ਦੀ ਬੈਠ ਕਰਨੀ। ਅਗਰ ਮੈਂ ਇਟਲੀ ਵਾਲਿਆਂ ਨੂੰ ਇਹ ਕਵਾਂ, ਇਟਲੀ ਵਾਲਿਓ ਦਫਾ ਹੋ ਜਾ, ਤੂੰ ਨਿਕਲ ਜਾਓ, ਇਹ ਮੁਲਕ ਤੇ ਮੇਰਾ ਹੈ, ਇਹ ਤੇ ਮੇਰੇ ਪਿਓ ਦਾਦੇ ਨੇ ਬਣਾਇਆ, ਤੁਸੀਂ ਕੀ ਲੱਗਦੇ ਇਟਲੀ ਦੇ? ਮੇਰੇ ਨਾਲ ਇਹਦਾ ਕੋਈ ਬੁਰਾ ਸਲੂਕ ਹੋਣਾ ਚਾਹੀਦਾ। ਯਕੀਨ ਕਰੋ ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਇੱਥੇ ਕੈਨੇਡਾ ਹੀ ਰਹਿਣਾ, ਮੈਂ ਚੌਕ 'ਚ ਖਲੋ ਕੇ ਕੈਨੇਡੀਅਨ ਨੂੰ ਕਹਾਂ ਨਾ ਕਿ ਦਫਾ ਹੋ ਜਾ ਕੁੱਤੇ ਦਿਓ, ਇੰਝ ਫਲਾਣਾ ਫਲਾਣਾ ਫਲਾਣਾ, ਜਾਂ ਕਹਾਂ ਕਿ ਤੁਸੀਂ ਇੱਥੇ ਦੇ ਲੋਕਾਂ ਨਾਲ ਜ਼ੁਲਮ ਕੀਤਾ ਹੈ, ਤੁਸੀਂ ਜ਼ਾਲਮ ਹੋ, ਫਾਸਿਕ ਹੋ, ਫਾਜਰ ਹੋ, ਸਾਰਾ ਕੁਝ ਕਹਿ ਦਿਆਂ, ਇਹਨੂੰ ਕਿਸੇ ਨੇ ਕੱਖ ਵੀ ਨਹੀਂ ਕਹਿਣਾ, ਯਾਦ ਰੱਖਣਾ। ਨਹੀਂ ਉਹ ਕਵੇ ਨਾ ਕਵੇ, ਮੈਨੂੰ ਵੀ ਇਟਾਲੀਅਨ ਕਵੇ ਨਾ ਕਵੇ ਅਲੱਗ ਗੱਲ ਹੈ, ਲੇਕਿਨ ਅਗਰ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਬਈ ਤੁਹਾਡੇ ਐਸੀ ਦੀ ਤੈਸੀ, ਤੁਹਾਡਾ ਮੁਲਕ ਤੁਹਾਡਾ ਘਰ ਨਹੀਂ, ਇਹ ਸਾਡਾ ਹੈ, ਤੇ ਇਹ ਸਾਡੇ ਨਾਲ ਇਹ ਸਲੂਕ ਹੋਣਾ ਚਾਹੀਦਾ ਸਰ। ਨਹੀਂ ਕਹਿ ਕੇ ਵੇਖ ਲਓ, ਨਹੀਂ ਕੁਝ ਕਹੇਗਾ ਕਦੀ ਵੀ। ਕੌਣ ਆਪਣਾ ਘਰ ਦਿੰਦਾ ਹੈ, ਕੌਣ ਆਪਣਾ ਘਰ ਦਿੰਦਾ ਹੈ ਐਮਜੀ ਸਾਹਿਬ? ਅਸੀਂ ਦਿੱਤਾ ਤੁਹਾਡਾ ਘਰ, ਆਪਣਾ ਘਰ, ਸਾਡੇ ਘਰ ਤੁਸੀਂ ਕਾਬਜ਼ ਹੋਏ ਹੋ, ਅਸੀਂ ਤੁਹਾਨੂੰ ਦਿੱਤਾ ਹੈ। ਤੁਸੀਂ ਇੱਕ ਹੋਰ ਕਿਉਂ ਨਹੀਂ ਕੰਮ ਕਰਦੇ ਐ? ਇਹ ਜਿਹੜੇ ਕ੍ਰਿਸਚਨ ਨੇ, ਮਿਰਜ਼ਾ ਸਾਹਿਬ ਦਾ ਦਾਅਵਾ ਹੈ ਕਿ ਮੈਂ ਕ੍ਰਿਸਚਨਾਂ ਵਾਸਤੇ ਮਸੀਹ ਮਊਦ ਹਾਂ, ਮੁਸਲਮਾਨਾਂ ਵਾਸਤੇ ਮਹਦੀ ਹਾਂ, ਹਿੰਦੂਆਂ ਵਾਸਤੇ ਕ੍ਰਿਸਚਨ, ਸਿੱਖਾਂ ਵਾਸਤੇ ਜੈ ਸਿੰਘ ਬਹਾਦਰ। ਤੁਸੀਂ ਕਿਉਂ ਨਹੀਂ ਦਲੇਰੀ ਕਰਦੇ? ਤੇ ਆਏ ਵੀ ਹੋ ਇੱਥੇ ਯੂਰਪ ਤੇ ਲੱਗਦੇ ਹੱਥ ਇਹਨਾਂ ਦੀ ਬੁੱਤੀ ਫੰਡੋ, ਇਹਨਾਂ ਨੂੰ ਆਖੋ ਬਈ ਕ੍ਰਿਸਚਨੋ ਤੁਸੀਂ ਕ੍ਰਿਸਚਨ ਨਹੀਂ, ਅਸੀਂ ਕ੍ਰਿਸਚਨ ਹਾਂ। ਤੁਸੀਂ ਤਾਂ ਸਾਰੇ ਹੈ ਹੀ ਦਾਇਰਾ ਇਸਲਾਮ ਤੋਂ ਖਾਰਜ ਹੋ, ਤੁਸੀਂ ਜਿਹੜੇ ਮਸੀਹ ਨੇ ਆਉਣਾ ਸੀ ਉਹਦਾ ਇਨਕਾਰ ਕਰਕੇ। ਅਸੀਂ ਉਹ ਕਹਿ ਨਹੀਂ ਸਕਦੇ। ਅਮਰਨਜ਼ੀਰ ਜੋ ਚੀਜ਼ ਮਿਰਜ਼ਾ ਸਾਹਿਬ ਨੇ ਕਹੀ ਅਸੀਂ ਉਹ ਕਹਿਣੀ, ਅਸੀਂ ਉਹ ਨਹੀਂ ਕਹਿਣੀ ਜੋ ਤੁਸੀਂ ਕਹਿਣਾ। ਖਲੀਫਾ ਤੋਂ ਮਸੀਹ ਨਹੀਂ, ਉਹਨਾਂ ਦਾ ਘਰ ਤੇ ਮਲ ਮਾਰ ਕੇ ਵੇਖੋ ਤੁਸੀਂ ਨਤੀਜਾ ਕੀ ਆਉਂਦਾ। ਬਿਲਕੁਲ ਅਸੀਂ ਬੜੇ ਬੜੇ ਲਗਾਏ ਨੇ ਇੱਥੇ ਜਨਾਬ, ਵੱਡੇ ਵੱਡੇ ਸਿਟੀ ਦੇ ਵਿੱਚ ਲਗਾਏ ਨੇ। अच्छा जी, बात ये है कि मैंने इतनी दफ़ा दरख्वास्त की है कि अब ख़त्म कर दें। ये अवैस भाई 2 घंटे से बैठे हैं, आखिर उन्होंने नीचे मैसेज कर दिया है कि ये इंसाफ नहीं है। तो मेरे भाइयों कुछ ख्याल करें। अमन अजीज साहब जज़ाकल्लाह, बहुत शुक्रिया आज के लिए, जज़ाकल्लाह, ਮਿਹਰਬਾਨੀ ਤੁਹਾਡੀ ਸਰ जी बहुत शुक्रिया, थैंक यू। फिर इंशाल्लाह कल से ਉਹ ਫੇਵਰਿਟ 92 ਨੂੰ ਲੈ ਲਓ, ਮੈਂ ਥੱਲੇ ਜਾ ਰਿਹਾ, ਉਹਨਾਂ ਨੂੰ ਵੀ ਲੈ ਲਓ। ਸ਼ੁਕਰ ਹੈ ਜੀ ਤੁਹਾਨੂੰ ਵੀ ਯਾਦ ਆਇਆ। ਨਹੀਂ ਬੈਠੋ ਤੁਸੀਂ, ਕੋਈ ਉਹ ਅਮਨ ਜੀ ਸਭ ਚਲੇ ਗਏ ਨੇ। ਤੇ अवैस भाई मैं तो सर, मेरा ख्याल है जितनी दफ़ा मैं आपको मुखातब किया है, उम्मीद नहीं थी कि आप मुझे ये मैसेज करना पड़ता आपको, लेकिन हमारे दोस्त जो हैं जी, अपना अवैस भाई अस्सलाम वालेकुम जी, अवैस भाई अस्सलाम वालेकुम। भाई मैंने बात ही उनको, वो चले गए हैं तो बात अब तो फायदा कोई नहीं है, मैंने बात ही सब उनसे। वो ले लेते हैं दोबारा, आपने उनसे बात करनी थी, मैं ले लेता हूँ दोबारा। मैं तो सर असल में हुकूक की बात हो रही थी। वालेकुम सलाम। जी जी, मैं देखता हूँ अगर नीचे हैं तो। अमर साहब आ जाएं जी, वो बात करनी है उन्होंने। आवाज आ रही है? जी जी, मैंने ले लिया है, अमर साहब को, आ जाते हैं जी। मैंने तो आपके साथ कोई अलहदा महज गुफ्तगू अब शुरू करते हैं। ठीक है जी जी, नहीं वो हुकूक के ऊपर जो मैंने बात कर रहे दरख्वास्त थे, भेजी मुझे है। उसकी ज़रा थोड़ी सी बात करनी लेकिन आपके ना जी ये सर्विस भी ठीक नहीं है, सिग्नल आपके भी ठीक नहीं है, आपकी आवाज़ नहीं ठीक आ रही है वैसा। अभी ठीक है कि अभी भी ठीक नहीं है? नहीं नहीं, अभी आप ऊपर चेक कर लेना, रेड ऊपर नजर आ रहे हैं। जी जी जी, आमर जी साहब ऊपर जरा तशरीफ लाएं, बात करनी है उन्होंने। जी मियाँ साहब अस्सलाम वालेकुम रहमतुल्लाह। वालेकुम अस्सलाम रहमतुल्लाह। भट्टी साहब, अहमद साहब, अहमदी साहब, अवैस भाई, शहरी साहब। ਸਾਹਿਬ ਆਪਣਾ ਸੌਰੀ ਵੀਡੀਓ ਚੱਲਿਆ ਸਾਂ ਤੇ ਬਹਰਲ ਹੁਕਮ ਕਰੋ ਜਲਦੀ ਜਲਦੀ, ਮੈਂ ਫਿਰ ਆਨਾ ਨਹੀਂ ਤੇ। अवैस साहब ने कोई कहा है, मैं तो अलहदा को गुफ्तगू करना चाह रहा था, लेकिन वो कह रहे हैं मैंने कोई बात करनी है अमन जी साहब। जी जी करें, हुक्म करें, उनके सिग्नल। मेरी अगर आवाज आ रही है तो फिर मैं बोल, अगर आवाज सिग्नल नहीं आ रहा तो फिर फायदा नहीं, बात चूंकि कट जाए। आवाज ठीक है मेरी? अभी आप तक करें तो बात, ठीक है। आपकी समझ आ रही है अच्छा बात। आमिर भाई, मैं
ٹھیک ہے عامر بھائی، میں اہل سنت جماعت سے میرا تعلق ہے، اور میں آپ سے بس ایک دو چیزیں پوچھنا چاہتا ہوں کلیئرٹی کے لیے. اصل میں چونکہ یہ لوگوں سے میری ڈسکشن ہوتی رہتی ہے، اور پھر جب کوئی ہماری سائڈ سے کوئی موجود نہیں ہوتا تو میرے لیے تھوڑا سا مشکل ہے چیزوں کو آئیڈینٹیفائی کرنا. میں آپ سے یہ پوچھنا چاہتا ہوں کہ آپ نے کہا کہ جو آپ نے مساوی حقوق کی بات کی تھی نا، میں اسی کے اوپر بات کرنا چاہتا ہوں. مجھے اب پتہ نہیں کیوں، آئی ڈونٹ نو، یہ اللہ بہتر جانتا ہے، لیکن یہ ہے جو مساوی حقوق کی بات کرتے ہیں، تو آپ نے جو مساوی حقوق کی بات کی ہے، کیا ان کو جو اقلیت ہیں ان کے مساوی حقوق ملتے ہیں، یہ بات کہنا چاہ رہے ہیں آپ؟ ہاں، جس طرح دیگر مائنورٹیز کے حقوق ہیں، کرسچنز کے، ہندوؤں کے، سکھوں کے، پاکستان میں جو حقوق ہیں وہ ان کے لیے بھی میسر ہیں وہاں پہ. اچھا، وہ ایک مبارک صاحب کا ایک کیس ابھی لگا تھا جسٹس عیسیٰ فائز صاحب کے پاس، اور چونکہ میں زیادہ نہیں اس لیے بولنا چاہتا کہ میرے اوپر ہی کوئی دفعات نہ لگ جائیں، لیکن میں صرف اپنے نالج کے لیے پوچھنا چاہتا ہوں. آپ نے اس کے 2 پیراگراف تھے، ایک پیراگراف اوپر والا تھا جس میں قرآنی آیات کا ڈفرنس تھا، اور نیچے ایک تھا جس میں انسانی حقوق کی علمبرداری کے لیے بات کی گئی تھی. تو وہ آپ نے جو نیا والا کیس تھا 2023 والا، یہ آپ نے پڑھا؟ نہیں، میں نے تفصیلی فیصلہ نہیں پڑھا، لیکن موٹا موٹا مجھے پتہ ہے. آپ بات کریں، کیا اعتراض ہے آپ کا اس پہ؟ اچھا، مجھے اعتراض نہیں ہے، میں ویسے جنرل اپنے نالج کے لیے پوچھ رہا ہوں، کیونکہ میں مساوات کی بات ہو رہی ہے، اس میں جو 2nd آرٹیکل تھا نا، پہلی تو بات ہے کہ عیسیٰ فائز صاحب کو ہمارے اکابرین کے پاس جانا پڑا. میری کوئی اوقات نہیں ان کے سامنے، یہ سب لوگ بہت بڑے ہیں اور میں کسی پہ فنگر نہیں اٹھا سکتا، لیکن میں اپنی عقل کو سمجھانے کے لیے صرف آپ سے پوچھنا چاہتا ہوں، آپ مجھے سمجھا دیں کہ اس فیصلے کے بعد ان کو پھر مولانا فضل الرحمان صاحب کے پاس جانا پڑا اور تقی عثمانی صاحب کے پاس جانا پڑا تاکہ وہ اس کے اوپر نظر ثانی کر دے، جس کے اوپر وہ آپ نے دیکھا ہوگا ان کی جو ویڈیو لیک ہوئی تھی، اور وہ کس طرح ان سے بات کر رہے تھے اور کہہ رہے تھے کہ یہ آپ نے یہ غلط کیا، اور یہ سب کچھ چیزیں جو بھی تھا وہ پوری تحریر سب اوپن ہے. تو 2nd آرٹیکل کے اوپر میرا اس پہ ایلیگیشن نہیں ہے، لیکن آپ کو کیا لگتا ہے کہ کسی ویسا وہ آپ کی بات ساری آ گئی ہے، ایک جسٹس آپ کے اس کو اپنا فیصلے کے اوپر دہرائی بات ساری آ گئی. عامر نذیر صاحب بات سمجھ گئے ہیں میرا خیال ہے، تو وہ جواب دیتے ہیں، ہم سن لیں. ہاں، آپ کے نا سگنل ریڈ ہو رہے ہیں تو آواز تھوڑی بریک ہو گئی تھی، لیکن جو بات آپ نے کہی ہے جو میں سمجھا وہ یہ ہے کہ قاضی فائز عیسیٰ نے در حقیقت ایک غلط فیصلہ دیا، اس پر انہوں نے لیگل وے اپناتے ہوئے انہوں نے اپیل میں گئے ہمارے علماء کرام کہ آپ نے غلط فیصلہ دیا ہے، اس پر نظر ثانی کریں، آپ نے غلط فیصلہ دیا ہے. اب ایک بندہ جس کو جج کی کرسی پر بٹھا دیا گیا ہے، وہ کتاب و سنت کا اکیلا فیصلہ کر رہا ہے، وہ قانون کی تشریح بھی اکیلا کر رہا ہے، اور وہ کہہ رہا ہے کہ ان کو وہ جو تفسیر صغیر ہے وہ چھاپنے کی اجازت ہے. بھائی اسی بات پر تو قانون بنا ہوا 84 کا جو ضیاء الحق آرڈیننس ہے، ضیاء آرڈیننس، وہ ہے اس بات پر کہ آپ اپنے لٹریچر کو چھاپ نہیں سکتے، آپ تفسیر صغیر کو چھاپ نہیں سکتے. وہ کہتے ہیں اندر چھاپتے ہیں، اندر چھاپتے ہیں اندر کے لیے. جب ایک جرم ہوتا ہے وہ چھپتا ہے، وہ باہر بھی جائے گا نا، وہ ہے ہی قانوناً جرم. تو آپ اس کو پاکستان میں ایک رستہ کھول رہے ہیں کہ آپ اس کو چھاپیں اور چوری چھپے جس کو دینا چاہیں دے لیں، لیکن برسر عام اس کو تفسیر صغیر کو آپ نہ دیں. یہ وہ کہنا چاہتا تھا. لیکن بہرحال میں یہ سمجھتا ہوں، ذاتی طور پر میری ایک رائے ہے کہ قاضی فائز عیسیٰ نے اگر فیصلہ غلط کیا تھا یا صحیح کیا تھا، کیونکہ قاضی جو ہوتا ہے وہ ہوتا ہے مجتہد، وہ ایک اجتہادی فیصلہ کرتا ہے اپنے علم اور فہم کی بنا پر. اگر اس نے آئین کی تشریح کرتے ہوئے ایک فیصلہ کیا تھا، اگر وہ اس میں دیانتدار تھا تو اس کی تو گردن کٹ جانی چاہیے تھی، اس کو فیصلہ واپس نہیں لینا چاہیے تھا. لیکن وہ ہے ہی کوئی اسی طرح کا، پہلے بھی وہ متنازع سے جج ہے اور متنازع سی شخصیت ہے، پہلے بھی اس کے بہت سارے مسائل پاکستان میں نے سنے ہیں. تو اس نے جو فیصلہ لے کے واپس، ٹھیک ہے جی کریں بات. عامر بھائی دیکھیں، بات آپ نے جو بات کی ٹھیک ہے، ہم اس کے کسی کے پرسنل کریکٹر جو ہے نا انالائسس ہم نے نہیں کرنا، اس کو ایک طرف رکھتے ہیں. ابھی میں صرف ایک جنرل بات کرنے لگا ہوں. اچھا، میں چونکہ آپ کی بات سے یہ سمجھاؤں کیونکہ میں مساوات اور برابری کے حقوق جو ہے نا صرف اس کی بات کرنا چاہتا ہوں، اور آپ میرے بڑے ہیں، میں آپ کا فالوور ہوں اور میں آپ کو پسند کرتا ہوں، اس لیے آپ سے صرف پوچھ رہا ہوں اور سب کے سامنے پوچھ رہا ہوں. مسئلہ یہ ہے، اب جو آپ کہہ رہے ہیں کہ وہ گیا، اب اس چیز اس کے اندر نا جو 2nd پیراگراف ہے نا، اس پیراگراف کے اندر یہ کہا گیا ہے کہ جو اقلیتیں ہیں، اقلیتوں سے ہٹ کر ہیں یہ لوگ، ان کے اوپر پابندیاں زیادہ ہیں. اس کے اندر اس پیراگراف کو اگر آپ پڑھیں گے، میں آپ سے شیئر بھی کر سکتا ہوں، آپ جا کے پڑھیں گے، تو وہ کہا گیا ہے کہ یہ اقلیتوں سے ہٹ کر ہیں
उसके अंदर इनके ऊपर और भी एलिगेशंस हैं इनके ऊपर ना, खाली वो नहीं है कि तो जो हम अकलियतों की बात करें तो अकलियत भी ना कहें, अकलियत से जो उससे नीचे वाला दर्जा है ना, एक बात है कि आपने ये वो दर्जा देना है, तो आप अकलियत वाली जो हम बात करते हैं ये मेरी समझ में नहीं आती। एक तो मुझे आपने ये बताना है, दूसरी बात ये है कि आप इनको कहते हैं कि जाके केस सबमिट करें, तो केस ये उसी अदालत में जाके सबमिट करेंगे, जब ये सबमिट करेंगे तो उलमा कराम फिर इधर से आके अपील कर देंगे, तो ये जाके सर कहाँ मानेंगे, ये मुझे सिर्फ बता दें। अच्छा, पहली बात तो ये मैं रिक्वेस्ट करना चाहता हूँ कि यहाँ पर सोशल मीडिया पर कोई किसी को जानता नहीं होता। आप ये जो बार बार तसल्लियाँ देते हैं ना, मैं अहले सुन्नत वल जमात हूँ, मैं आपका मतलब फ़ैन हूँ, या जो भी आप कहते हैं अल्फाज, इनकी ज़रूरत नहीं होती। असूल पर बात करनी चाहिए। आप मुसलमान हो या कुछ भी हो, जो एक असूली बात है वो आपके लिए भी वही है, उनके लिए भी वही है, सबके सामने भी वही है, पीठ पीछे भी वही है। कोई ये तो नहीं कि दूसरे ग्रुप में जाके मैंने कान में कोई और बात कहनी है, यहाँ कोई और बात कहनी है। तो गुजारिश ये है कि इनके जो हकूक़ हैं वो बिल्कुल माइनॉरिटीज़ वाले हैं और इनको दिए गए हैं, लेकिन जो माइनॉरिटीज़ की हदूद हैं, जब वो उसको क्रॉस करेंगे और वो मेजॉरिटी बनने की कोशिश करेंगे, वो अपने आप को मुसलमान कहना चाहते हैं, वो अपने, इसका मतलब का कानूनी गलत बना है ना। अगर वो खुद को मुसलमान कह के अपना लिटरेचर छापना चाहते हैं और उसकी तबलीग करना चाहते हैं, तो इसका मतलब है कि वो आइन से मतलब है कि मुतसादम बात है, आइन से वो लड़ना चाहते हैं, तो आइन ही गलत बना है। उसके लिए मैंने अब आगे जो 1.5 घंटा बात की है वो इसी बात मौजू पर की है कि आइन को तब्दील करवाएं। अगर आप समझते हैं कि आइन गलत है तो उसके लिए 2-3 तरीके हैं, एक असेंबली में जाने का तरीका है, एक अदालत में जाने का तरीका है, जो भी आप बेहतर समझते हैं आप उसके लिए चाराजोई करें। लेकिन आइन में इनके लिए जो हकूक़ हैं वो ये हैं कि क्योंकि इनकी इनफरादियत है दीगर माइनॉरिटीज से, और वो ये है, बात को समझ लें, इनकी इनफरादियत क्रिश्चियन से, हिंदुओं से और सिखों से ये है कि इनका जो मजहब है उसका कोई अपना अलग से नाम नहीं है, वो मुसलमानों के मजहब का नाम इस्तेमाल करते हैं, जबकि मुसलमानों के नज़दीक ये काफिर, उनके नज़दीक हम काफिर। ये तो बात पहले हो चुकी। तो ऐसा हो नहीं सकता कि इनको इजाज़त दी जाए, क्योंकि आइन भी बना हुआ है, ज़िया ऑर्डिनेंस है इसी बात का। तो कैसे इनको इजाज़त दी जा सकती है कि आप छापें, इसकी तबलीग करें? इसका मतलब फिर कानून चेंज कर देना, फिर 84 वाला ज़िया ऑर्डिनेंस भी खत्म करें, 74 वाला भी खत्म करें, और इनको कहें तफसीर छापें, तफसीर सगीर, और इसको फैलाएं पंजाब में और चनियोट में जिधर चाहें फैलाएं। जी भाई नहीं, मेरी आप बहुत और साइड पे निकल गए, हम उस साइड पे जाने नहीं चाहते। आप इनको एक ऐसे काजी के पास भेजें, ऐसे काजी के पास भेज रहे हैं, जाएं जाके उससे बात करें। तो आपको क्या लगता है ये बात ठीक है? मैं सिर्फ ये पूछना चाह रहा हूँ, मतलब आप इनको भेज रहे हैं कि जाओ उस काजी के पास जाओ जिस काजी के ऊपर आपको भी इशू है, आप खुद भी उसके ऊपर कन्फ्लिक्ट आपको लग रहा है। नहीं, अदालती निज़ाम तो हमारा अल्लाह तवक्कल ट्रैवल सर्विस है, इसमें तो कोई दो राय नहीं। मैं तो सबके सामने कहता हूँ कि 98% हम गलत हैं, हमारे अंदर गलतियाँ मौजूद हैं, यानी अमली तौर पर, अमली ज़िंदगी में 98% हम में गलतियाँ मौजूद हैं। तो इसी तरह का हमारा, जिस तरह का हमारा मुआशरा है, इसी तरह की हमारी जुडिशरी है, इसी तरह का ये काजी है, इसी तरह के ये जजेस हैं। तो इनको कहाँ भेजें? इनके लिए कोई अलग अदालत बनाएं, फिर ये हेग में चले जाएं, जो बैनुल अक़वामी कोई इंसाफ की अदालत है, वहाँ चले जाएं। भाई बात यह है कि अगर ये पाकिस्तानी नेशनल्स हैं और इनके साथ वहाँ पर किसी किस्म की परसिक्यूशन हो रही है, देखें ना, जाकिर नाइक के साथ परसिक्यूशन हुई है। जाकिर नाइक 22 साल से बम्बे में, वहां पर जहां पर बाल ठाकरे था, वहां पर 22 साल से वो अपना तबलीग का काम कर रहा था। ये लानती आया मोदी, उसने झूठा मुकदमा बना के उसको निकाल दिया जनाब वहां से, मुल्क से। उसका क्या तरीका है? एक ही तरीका है ना कि आप जाके अदालत में केस करें, अदालत भी उसके खिलाफ फैसला देती है तो दे, लेकिन और कोई दूसरा कौन सा तरीका है? जाकिर नाइक बम बांध के जाके फट जाए वहां पे हिंदुस्तान में, सवाए सब्र के और क्या हो सकता है? जो आपको वसाइल मुयस्सर होते हैं, आप उन्हीं में रह के आपने बात करनी होती है ना। जी ठीक है अमर भाई, मैं क्लियर, आपकी बात क्लियर होगी। आप ये कहना चाह रहे हैं कि बस उस जस्टिस के पास जाए, बस जो मतलब जो वसाइल हैं और जो जैसा सिस्टम है, जैसी वो अदली है, बस उसी के मुताबिक बात हो तो ठीक है। ये मैं आपकी बात समझ गया। मतलब मेरा जो लुबे लबाब था वही था। बाकी मसवात का जो इशू है वो बाकी, अगर चूंकि वो आप उसको बेहतर समझते हैं, मैं तो उसमें फिंगरिंग नहीं कर सकता, मेरा नॉलेज उतना नहीं है। लेकिन समहाउ ये एक ना, मुझे लगता है जो मैंने ऑब्जर्व किया, जितना मैंने ऑब्जर्व किया है, जो आपको ये बात कह रहे थे ना, अपने घर वाली या उनके घर वाली, यहाँ से भी शहरी भाई भी थोड़ा सा हार्ड और वार्म टॉक कर रहे थे। मामला ये है कि अगर आपने किसी को, आप क्या, मैं ये समझता हूँ कि क्या हम इनको ख़त्म कर दें, इनको बिल्कुल ही जिंदा जला दें, मार दें इनको, मतलब इनका बिल्कुल फिनिश करके, खाता ख़त्म करके इनको कहीं भाई बाहर निकल जाए सब। या इसका एक और हल ये है कि हम एक जगह पे बैठें और आमिर भाई
اپنے حقائق اور دلائل کے ساتھ. کیا ہم ان لوگوں سے ڈرتے ہیں؟ ایسی وجہ ہے نہیں بھائی، ہرگز نہیں ڈرتے. تو ہم ایک جگہ پہ بیٹھ کے پیار سے کچھ نہ کچھ اس کو سلجھانے کے لیے، یا ٹھیک ہے اس کو کچھ ایسا کریں جو 74 میں ہوگا اس کی باتیں نہیں کرے، وہ جو کچھ بھی ہوا دیٹس ویری گڈ، میں اس کے متعلق کوئی بات نہیں کرا. لیکن اب جو ہم سوشل میڈیا پہ ایک دوسرے کی کردار کشی اور یہ سب کچھ کر رہے ہوتے ہیں مختلف جگہ پہ، تو اس کو نہیں لگتا کہ ایٹ لیسٹ جو وہاں پہ ہوا وہ تو ہوا، لیکن اب جو کردار کشی ہو رہی ہے اس کو کسی طریقے سے سلجھایا جائے. سب پڑھے لکھے ہیں، آپ بھی پڑھے لکھے ہیں، ان کی سائڈ سے بھی پڑھے لکھے ہیں، تو ہم اس کو کسی ایک ایسا عملی جامہ پہنائیں کہ ہمیں پتہ لگے کہ ہم سب لوگ پڑھے لکھے ہیں، نہ کہ ہم لوگ ایک دوسرے کو آپ جیسے ابھی آپ نے کہا کہ آپ نے بالکل ٹھیک بات کی کہ بھائی یہ گھر ہمارا تو آپ وہ جائیں. اچھا وہ کہتے ہیں کہ ہم نے وہ 1947 میں ہم نے بھی پارٹیسپیٹ کیا ہے. تو اب بجائے آپ تھوڑی سی، اللہ تعالیٰ نے عاجز رہنے کے لیے بھی بولا نا، عاجزی بھی ایک چیز ہے، تو آپ ہمیں سمجھانے کے لیے ہمارے پاس کوئی گنجائش نہیں ہے کہ جس کے اندر تھوڑا سا ہمارے پاس یہ ہمارے ہاتھ میں چیز ہو کہ ہمیں نہیں کہ یار ہمارا دین بھی حق ہے. آپ دیکھو تو صحیح، ان سے کوئی آرگومنٹ کرنے والا 74 کے بعد کی بات کر رہا ہوں. آپ نے تو بول دیا کہ 80 سم تھنگ میں ان کو آپ نے کافر ڈکلیئر کر دیا، میرا بھی وہی ایمان ہے. لیکن اب یہ ہے کہ اب کرنٹلی کیا اس کے اندر کوئی ایسی ہمارے پاس نہیں ہے ان کے ساتھ بیٹھ کے کچھ سلجھانے کے لیے بجائے ایلیگیشن کے علاوہ کوئی بات کی جا سکے؟ یہ دیکھیں نا ویس بھائی، یہ دونوں کے لیے برابر ہے. اگر یہ تعاون کا ہاتھ بڑھاتے ہیں ہماری طرف سے پہلے ہے تعاون کا ہاتھ کہ آئیں ڈیبیٹ کریں، آئیں دلیل سے بات کریں. اگر دلیل آپ کے پاس ہے، بھلے میں آپ کو جتنا مرضی تکا کروں، وہ دلیل نے چھا جانا ہے، کیونکہ قرآن کا فیصلہ ہے جاء الحق وزحق الباطل ان الباطل کان زہوقا. جو حق ہے اس نے چھا جانا ہے، جو نور ہے اس کو آپ روک نہیں سکتے، جو روشنی ہے، جو سچ ہے اس نے. اگر آپ کے پاس سچائی ہے نا، آپ یہاں سوشل میڈیا، جو دروازہ پاکستان کی حکومت نے ان پر بند کیا تھا وہ یہاں پر کھل گیا نا، قدرت نے کھول دیا، بائی چانس کھل گیا. اب سوشل میڈیا کا 74 میں سوچا بھی نہیں جا سکتا تھا، یا 84 میں جب ضیاء آرڈیننس آیا تو سوچا بھی نہیں جا سکتا. یہاں ان کو چاہیے کہ وہ سچائی پیش کریں جو ان کے پاس ہے، وہ نور پیش کریں جو ان کے پاس ہے. حالت یہ ہے، آپ مجھے کہہ رہے ہیں، میں بالکل اس بات کا خواہاں ہوں کہ دلیل سے بات کرنی چاہیے. حالت یہ ہے کہ پچھلے 10 روز سے یا 2 ہفتے سے میری فوٹو کے اوپر وہ نام لکھ کر اور وہ گالی لکھ کر براڈیں چل رہی ہیں کہ وہ یہاں پر میں اب گھر پہنچ چکا، میں وہ لفظ دہرا بھی نہیں سکتا. تو یہ تو دونوں طرف سے ہے. اگر ہماری طرف سے لوگ کچھ آتے ہیں، وہ ہمارے 1-2 ساتھی ہیں، ان کے پاس صرف یہی مشغلہ ہے، جس براڈ پہ جاتے ہیں مرزے دی پین دی ماں دی، وہ چڑھتے ہیں 1 سیکنڈ میں ان کو اتار بھی دیا جاتا ہے، لیکن وہ شاید اسی کو درست سمجھتے ہیں. میں ان کا نام نہیں لینا چاہتا. تو ان کی طرف سے بھی اس طرح کے لوگ ہاکس ہیں جو یہی کرتے ہیں، سارا دن وہ برادیں لگاتے ہیں، اور وہ کریکٹر اسیسینیشن ہماری بھی، ہمارے علماء کی بھی کرتے ہیں. تو یہ تو تعاون کا ہاتھ ہے، دایاں بائیں کو دھوتا ہے، بایاں دائیں کو دھوتا ہے. بھائی جان اگر یہ کریں گے، اس کے لیے تعاون کا ہاتھ بڑھائیں گے، دلیل سے بات کریں گے، اگر ان کو یقین ہے کہ ان کے پاس دلیل ہے تو ہم حاضر ہیں. ہم یہاں پر اسی لیے ہیں، ٹک ٹاک پر، سوشل میڈیا پر، فیس بک پر، یوٹیوب پر، ہم اسی لیے ہیں کہ آپ کے پاس کوئی دلیل ہے تو پیش کریں. ہاتھوا برہانکم ان کنتم صادقین. اگر آپ سچے ہیں تو لائیں دلیل جو آپ کے پاس ہے. جی اچھا جی، جزاک ٹھیک اللہ. ہے. نذیر صاحب، انصاف کی بات ہو رہی ہے تو میں تھوڑی سی انصاف کی بات، آج جو اب آپ کی عدالت لگی ہوئی تھی تو اکبر خان صاحب بیٹھے ہوئے تھے، تو کچھ وہ آپ نے جو اپنے معیار بنائے ہوئے ہیں کہ گالی گلوچ سے آپ روکتے ہیں، تو میرا خیال ہے کافی آج کوئی گالیاں سننے کو ملی ہیں جب آپ کی عدالت چل رہی تھی. تو اس پہ بھی ذرا غور کیجیے گا، کیونکہ انصاف کی بات ہو رہی ہے تو میں چلو میں بیان کر دوں. آپ کو تو یاد بھٹی ہے. صاحب جی جی بالکل آپ صحیح کہہ رہے ہیں، بالکل جینون آپ بات کر رہے ہیں. بھٹی صاحب، ستا بندہ تے مویا بندہ غیر مکلف ہوں. میں حلف بھی دے سکتا ہوں کہ میں سویا ہوا تھا، لیکن آوازیں مجھے کچھ اس طرح کی آئی ہیں ضرور. میں نے بعد میں پوچھا نہیں ہے. یہ بات آپ درست کر رہے ہیں کہ وہاں پر کچھ گالم گلوچ ہو رہا تھا جو کہ نہیں ہونا چاہیے. اگر میں جاگ رہا ہوتا تو میں ان گالیوں کا مکلف تھا، مجھے روکنی چاہیے تھی. لیکن شریعت ہماری تو یہی کہتی ہے کہ ستا تے مویا بندہ غیر مکلف ہوں. وہ دوپہر کے نا پٹی صاحب، جب یورپ میں ٹائم ہوتا ہے نا 2:30 کا، سب سے زیادہ ایکسیڈنٹ بھی دوپہر کے بعد ہوتے ہیں، یعنی لنچ بریک کے بعد آپ کو نیند بڑی آتی ہے. تو میں رکا ہوا تھا ایک جگہ پہ، میں سو گیا ٹیک لگا کے. مجھے لگ رہا تھا کہ کچھ اس طرح کی بکواس بازی چل رہی ہے، گالم گلوچ چل رہی ہے. ایسا نہیں ہونا چاہیے. ہم سختی سے مذمت کرتے ہیں کہ کوئی بھی کسی کو یہاں پر ماں بہن کی گالی دے، اس کی کوئی ضرورت نہیں ہے. دلیل سے بات کرنی چاہیے. دلیل جس کے پاس ہے لوگوں میں پریویل کر جائے گی، چھا جائے گی، پھیل جائے گی. چلیں، جزاک اللہ. میاں صاحب بیٹھے ہوئے ہیں، آپ ان کو بھی موقع دیتے ہیں. تو میاں صاحب، یہ آپ کی دوسری آئی ڈی ہے فیبر 49.2 کی، تو
तो इस पे जी जी, अस्सलाम वालेकुम वरहमतुल्लाह बरकातहू। वालेकुम सलाम और शारी भाई की हाल है? जी बचे हुए हैं। और यार शारी भाई अलामा साहब नाल ਮੁਹੱਬਤ ਨਾਲ ਰਿਹਾ ਕਰੋ। ਮੇਰੇ ਇਹ ਮਾਈਕ ਹੈਗੇ ਨੇ ਤੇ ਮੈਂ ਇਹਨਾਂ ਦੇ ਜ਼ਰੀਏ ਦੁਨੀਆ ਨੂੰ ਐਡਰੈਸ ਕਰਨਾ ਹੁੰਦਾ। ਜੀ ਠੀਕ। ਹੋਰ ਵੀ ਇਹ ਜਿਹੇ ਜਿਹੜੇ ਚੰਦ ਦੋਸਤ ਹੈਗੇ ਨੇ ਅੱਛੇ, ਤੇ ਅਸੀਂ ਇੱਕ ਦੂਸਰੇ ਦੇ ਮਾਈਕ ਆ। ਮੈਂ ਤੁਹਾਡੀ ਗੱਲ ਦੇ ਜਵਾਬ 'ਚ ਇੱਕ ਛੋਟੀ ਜਿਹੀ ਗੱਲ ਕਰ ਲਵਾਂ। ਪਹਿਲਾਂ ਕਰ ਲਓ, ਮੇਰੀ ਗੱਲ ਲੰਮੀ ਹੋ ਗਈ ਹੈ। ਮੇਰਾ ਇੱਕ ਦੋਸਤ ਹੈ, ਮੈਂ ਨਾਮ ਨਹੀਂ ਲਾਉਂਗਾ। ਉਹਨਾਂ ਨੇ ਗੱਲ ਬਿਲਕੁਲ ਦਰੁਸਤ ਕੀਤੀ ਹੈ। ਜਿਹੜੀ ਗੱਲ ਠੀਕ ਹੈ ਉਹ ਠੀਕ ਕਹਿਣੀ ਚਾਹੀਦੀ ਹੈ, ਔਰ ਪੇਟ ਦੇ ਵਿੱਚ ਕਹਿਣੀ ਚਾਹੀਦੀ ਹੈ। ਕਿ ਮੈਂ ਵੀ ਦੇਖਿਆ ਕਿ ਇਹਨਾਂ ਦੀ ਤਸਵੀਰ ਲਗਾ ਕੇ ਮੇਰੇ ਦੋਸਤ ਨੇ ਔਰ ਇਹਨਾਂ ਦੇ ਬਾਰੇ 'ਚ ਗਲਤ ਗੱਲਾਂ ਹੋ ਰਹੀਆਂ ਸਨ। ਯਕੀਨ ਕਰੋ, ਮੈਂ ਨਾ ਪਹਿਲੇ ਨਾ ਬਾਅਦ 'ਚ ਉਹਦੀ, ਹਾਲਾਂਕਿ ਮੇਰਾ ਦੋਸਤ ਹੈ, ਮੈਂ ਉਹਦੀ ਬਰਾਤ 'ਚ ਸ਼ਾਮਿਲ ਹੀ ਨਹੀਂ ਹੋਇਆ ਜਾ ਕੇ। ਮੈਨੂੰ ਇਹ ਚੀਜ਼ ਇੰਨੀ ਨਾ ਪਸੰਦ ਆਈ ਕਿ ਸਾਨੂੰ ਇਸ ਚੀਜ਼ ਦੀ ਮਮਾਨਤ ਹੈ ਔਰ ਸਾਡੇ ਦੀਨ 'ਚ ਮਮਾਨਤ ਹੈ। ਇਸ ਤਰ੍ਹਾਂ ਬਗੈਰ ਸਬੂਤ ਤੋਂ ਕਿਸੇ ਇੱਕ ਸ਼ਖਸ ਦੇ ਜਾਂ ਦੋ ਸ਼ਖਸ ਦੇ ਕਹਿਣ 'ਤੇ ਤੁਸੀਂ ਕਿਸੇ ਸ਼ਖਸ ਦੀ ਤਸਵੀਰ ਲਗਾ ਕੇ ਉਹਦੀ ਤਸਦੀਕ ਕਰੋ। ਔਰ ਮੈਂ ਇਹਨਾਂ ਨੂੰ ਖੁਸ਼ ਕਰਨ ਲਈ ਨਹੀਂ ਕਰ ਰਿਹਾ, ਮੇਰਾ ਇਖਤਲਾਫ ਆਪਣੀ ਜਗ੍ਹਾ 'ਤੇ ਕਾਇਦ ਦਾ, ਲੇਕਿਨ ਜਿਹੜੀ ਗੱਲ ਉਹਨਾਂ ਨੇ ਠੀਕ ਕੀਤੀ ਹੈ, ਮੈਂ ਖੁਦ ਦੇਖੀ ਹੈ, ਮੇਰਾ ਹੀ ਉਹ ਦੋਸਤ ਹੈ, ਲੇਕਿਨ ਮੈਂ ਉਹਦੀ ਬਰਾਤ 'ਤੇ ਜਾਣਾ ਨਾ ਉਦੋਂ ਪਸੰਦ ਕੀਤਾ ਨਾ ਬਾਅਦ 'ਚ ਪਸੰਦ ਕੀਤਾ। ਮੇਰਾ ਦਿਲ ਨਹੀਂ ਕੀਤਾ ਕਿ ਯਾਰ ਇਹਨਾਂ ਨੇ ਗਲਤ ਹਰਕਤ ਕੀਤੀ। ਜਿਹੜੀ ਗੱਲ ਦਰੁਸਤ ਹੈ ਉਹ ਮੈਂ ਪੇਟ 'ਚ ਕਵਾਂਗਾ ਕਿ ਦਰੁਸਤ ਹੈ। ਜੀ ਇੱਥੇ ਮੈਂ ਇੱਕ ਗੁਜ਼ਾਰਿਸ਼ ਕਰਾਂਗਾ, ਇੱਕ ਆਪਣੀ ਰਾਏ ਦਾਂਗਾ ਔਰ ਮਾਫੀ ਦਾ ਤਲਬਗਾਰ ਹੋ ਕੇ ਨਾ। ਹੁਣ ਪਤਾ ਨਹੀਂ ਇਹ ਹਦੀਸ ਹੈ ਜਾਂ ਕਿਸੇ ਦਾ ਕੌਲ ਹੈ کہ آپ پر اگر منقع کے سر والا بھی امیر بنا دیا جائے تو اس کی اطاعت کریں۔ کوئی یہ جی گل ہے علامہ صاحب؟ ہاں جی، امیر دی اطاعت فرض ہے۔ تو اللہ ماشاءاللہ امت مسلمہ تقریباً 75% منو تے منقع دے سر والی لبھی جائے فزیکلی، اور ہر طبقے چ، یہ سارے امیر نے، ہر طبقے چ، مطلب ہر طبقے چ، ہے نہیں کہ کوئی صرف میرا، ہر چ کہ دیکھو اے جڑا پنگا مطلب کہ کیتا گیا ہے اندے چ اصل مجرم جڑا بالکل سیف ایگزیکٹ ہو گیا، جنہیں جڑا اصل مقصد ہے کہ سزا دا حقدار سی، اگر سچا سی تے ایویڈنس لیاندا پیڑے چ ننگیا کردا، تے جے انہیں بہتان لایا سی، ظلم کیتا سی، الزام لایا سی، تے پھر 80 کوڑیاں دا حقدار ہوندا، یا کم از کم ٹک ٹاک دی جڑی ضلالت ہے اوندا مستوجب سزا ہوندا۔ لیکن منقع دی سیر والی عقل جڑی جت گئی، اگلے نو کسے نے پوچھے ہی نہیں بھی تو کوئی گل کیتی یا نہیں کیتی۔ یہ ساری اگ تے الاؤ جڑے سی اوندا مستوجب سزا ہو سی، اور اندے تے ہی ہونی سی۔ اگر ساڈے ماشاءاللہ عقل کل اس چیز نو اپنے گل چ یا نہ لے لیندے، اپنے گل نہ پاندے انہوں تے۔ شیر بھائی میں غلط نہیں کہہ رہا علامہ صاحب؟ 100% ٹھیک گل فرمائی۔ اس بندے نے جن نے سارا ظلم کیتا وہ سیف نکل گیا اندر چوں۔ بہرحال ہر ایک دی اپنی مرضی، جو مرضی کرے، کیونکہ جن نے اپنے مال کرنے پہار انہیں ہی چکنا ہے گا۔ باقی اعتراض آندا میر صاحب دی تصویر دا تے وہ بھی نہیں ہونی چاہیے، غلط گل ہے۔ تصویری جڑی مقصد ہے کہ میں مسلے نال ہی تشبیح دینا، جی لاش دا مسلا کر لو تے جندے بندے دی فوٹو لا کے بے حرمتی شروع کر دیو، یا مطلب تبرے بازی شروع کر دیو، یا مغلظات شروع کر دیو، تو یہ زندہ بندے دا مسئلہ ہے گا، وہ کوئی بھی ہوئے۔ علامہ صاحب غلط نہیں کہہ رہا میں؟ ਮੀਆਂ ਜੀ ਮੈਨੂੰ ਇੱਕ ਦੋ ਵਾਰੀ ਮੈਂ ਦੇਖਿਆ ਕਿਸੇ ਸਾਥੀ ਸਾਡੇ ਨੇ ਉਹਨਾਂ ਦੀ ਤਸਵੀਰ ਵਿਗਾੜ ਕੇ ਲਾਈ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਤਸਵੀਰ ਵਿਗਾੜ ਕੇ ਨਾ ਲਾਓ, ਸਾਡਾ ਪੈਸਿਆਂ ਦਾ ਮੁਤਾਲਬਾ ਹੈ, ਇhtਜਾਜ ਅਸੀਂ ਜਾਰੀ ਰੱਖਾਂਗੇ। ਅਬੂ ਬਕਰ ਸਾਹਿਬ, ਨਾਸਰ ਦਾ ਨਾਮ ਲਿਆ ਜਾਂ ਕਿਸੇ XYZ ਦਾ ਨਾਮ ਲਿਆ ਜਿਹੜਾ ਨਾ, ਜੁਰਮ ਨਹੀਂ ਖਤਮ ਹੋ ਜਾਂਦਾ। ਦੇਖੋ ਭੱਟੋ ਨੂੰ ਕਿਸ ਗੱਲ ਦੀ ਸਜ਼ਾ ਮਿਲੀ ਸੀ ਕਿ ਜੀ ਉਹਨੇ ਮੈਨੂੰ ਕਿਹਾ ਸੀ, ਤਾਂ ਕਿਹਾ ਸੀ ਤੇ ਤੁਸੀਂ ਉਹ ਕਹਿਣੇ 'ਚ ਫਸ ਗਏ, ਤੇ ਇਹ ਕਹਿਣੇ 'ਚ ਕਮ ਭੱਟੋ ਜਿੰਨੀ ਸਜ਼ਾ ਦਾ ਵੀ ਮੁਸਤਵਾਜਬ ਨਹੀਂ ਹੁੰਦਾ ਬੰਦਾ। ਨਹੀਂ, ਮੈਂ ਜਿਹੜੀ ਅਰਜ਼ ਕਰਨ ਲੱਗਾ ਉਹ ਇਹ ਵੇ ਕਿ ਇੱਕ ਗੱਲ ਵਿੱਚ ਮੈਂ ਜੈਨੂਇਨ ਆਪਣਾ ਰਾਈਟ ਸਮਝਣਾ ਵਾਂ ਕਿ ਕਿਉਂਕਿ ਮੀਰ ਸਾਹਿਬ ਨੇ ਸਾਡੇ ਆਲਮੀ ਦੀਨ ਦੇ ਉੱਤੇ ਇੱਕ ਗਲਤ ਇਲਜ਼ਾਮ ਲਾਇਆ ਹੈ, ਅੱਜ ਤੱਕ ਉਹਦਾ ਸਬੂਤ ਨਹੀਂ ਪੇਸ਼ ਕਰ ਸਕਿਆ। ਇੱਕ ਮਿੰਟ ਮੇਰੀ ਗੱਲ, ਬੀਬੀ ਉਮਰ ਬਾਬਾ ਵਾਲਾ ਜਿਹੜਾ ਨਾ ਕੁਲੀਆ ਛੱਡ ਦਿਓ ਲਾਮਾ ਸਾਹਿਬ, ਤੁਹਾਡੇ ਆਪਣੇ ਬੜੇ ਕੁਲੀਏ ਸਖਤ ਨੇ। ਗੱਲ ਜਿਹੜੀ ਹੁੰਦੀ ਵੀ ਉਹਨੂੰ ਹੀ ਮੁਕਾਈ ਹੈ। ਉੱਥੋਂ ਗੱਲ ਇੰਜ ਦੌੜਿਓ ਜਿਵੇਂ ਜੁੱਤੀਆਂ ਕੱਪੜੇ ਉੱਥੇ ਛੱਡ ਕੇ ਕਿਥੋਂ ਨਹੀਂ,
ਉੱਥੇ ਬਾਦਸ਼ਾਹ ਇੱਥੇ ਮੈਂ ਨੰਬਰ ਮਾਰਿਆ ਤੁਹਾਡੇ ਤੇ, ਤੁਸੀਂ ਕਹਿੰਦੇ ਮੈਂ ਨਹੀਂ ਬਹਿਣਾ, ਤੁਸੀਂ ਕਹਿੰਦੇ ਮੈਂ ਬੀਬੀਆਂ ਨਾਲ ਨਹੀਂ ਬਹਿੰਦਾ, ਮੈਂ ਤੁਹਾਡੀ ਛੱਡ ਕੇ ਨਿਕਲ ਗਿਆ। ਤੇ ਮੈਂ ਕਿੰਨੇ ਮਿੰਟਾਂ ਬਾਅਦ ਨਿਕਲਿਆ? ਇਹ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਤੁਸੀਂ ਭਾਵੇਂ ਮੇਰੇ ਤੋਂ 1 ਸੈਕਿੰਡ ਬਾਅਦ ਨਿਕਲੇ, ਤੁਹਾਨੂੰ ਮੈਂ ਭਾ ਗਿਆ, ਮੈਂ ਤੁਹਾਨੂੰ ਭਾ ਗਿਆ, ਮੈਂ ਨੰਬਰ ਜਿੱਤ ਲਿਆ ਉੱਥੇ ਤੁਹਾਡੇ ਕੋਲ, ਮੰਨੋ ਤੇ। ਠੀਕ ਹੈ ਮੀਆਂ ਜੀ, ਯਾਰ ਨਮਾਜ਼ ਦਾ ਟਾਈਮ ਫਿਰ ਇਨਸ਼ਾਅੱਲਾ ਗੱਲ ਹੋਣੀ। ਬਹਰਾਲ ਦੋ ਇੱਕ ਗੱਲਾਂ ਹੈਗੀਆਂ ਸੀ, ਲੇਕਿਨ ਉਹ ਫਾਰਗ ਟਾਈਮ ਤੇ ਕਰਾਂਗੇ ਇਨਸ਼ਾਅੱਲਾ। ਨੋਟ ਮੈਂ ਕਰ ਲਈਆਂ ਨੇ ਤੇ ਜ਼ਿਹਨ 'ਚ ਰੱਖਣਾ। ਇੱਕ ਜੱਜ ਸਾਹਿਬ ਵਾਲਾ ਮਾਮਲਾ, ਉਹਦੇ ਤੇ ਮੈਂ ਆਪਣੇ ਕੁਲੀਏ ਨਾਲ ਗੱਲ ਕਰਾਂਗਾ ਤੁਹਾਡੇ ਨਾਲ। ਔਰ ਦੂਸਰਾ ਜਿਹੜਾ ਤੁਸੀਂ ਕਿਹਾ ਸੀ ਨਾ ਕਿ ਨਬੀ ਬਣ ਗਿਆ ਤੇ ਹੁਣ ਮਤਲਬ ਕਿ ਬਾਕੀਆਂ ਨੂੰ, ਤੇ ਉਹ ਇੱਕ ਗੱਲ ਜਿਹੜੀ ਤੁਸੀਂ ਕੀਤੀ ਸੀ, ਉਹ ਫਿਰ ਦੁਬਾਰਾ ਮੈਨੂੰ ਕਰ ਦੇਣਾ, ਫਿਰ ਉਹਦਾ ਮੈਂ ਤੁਹਾਡੇ ਨਾਲ ਜ਼ਰਾ ਨਾ ਸ਼ੇਅਰ ਆਫ ਐਜੂਕੇਸ਼ਨ ਕਰਾਂਗਾ। ਜ਼ਰੂਰ ਜ਼ਰੂਰ ਜ਼ਰੂਰ। ਅੱਛਾ, ਇੱਕ ਸਰ ਜਲਦੀ ਮੈਂ ਗੱਲ ਕਰਨੀ ਹੈ। ਮੀਆਂ ਸਾਹਿਬ, ਉਹ ਅਮਰ ਅਜ਼ੀਜ਼ ਸਾਹਿਬ ਤੇ ਟੁਰ ਗਏ ਨੇ ਮੇਰਾ ਖਿਆਲ ਹੈ। ਚਲੋ ਹੁਣ ਉਹਨਾਂ ਜਾਣ ਵੀ ਦਿਓਗੇ, ਉਹ ਤੇ ਗੱਲ ਹੈ। ਸਾਰੀ ਜ਼ਰੂਰੀ ਉਹਨਾਂ ਨਾਲ ਹੀ ਕਰਨੀ ਦੇ, ਆਪਸ ਚ ਵੀ ਮੀਆਂ ਐਮਜੀ ਸਾਹਿਬ ਕਰ ਲਓ ਕੋਈ, ਤੇ ਹੁਣ ਮੈਂ ਉਹਨਾਂ ਨੂੰ ਸਿਰਫ ਇੱਕ ਕੁਇਕਲੀ ਜਵਾਬ ਦੇਣਾ ਸੀ ਕਿ ਕੋਈ ਨਹੀਂ, ਉਹ ਆਉਂਦੇ ਰਹਿੰਦੇ ਨੇ, ਫਿਰ ਕਰ ਲਾਂਗੇ, ਕੋਈ ਮਸਲਾ ਨਹੀਂ। 4 ਸਤੰਬਰ ਦੀ ਤਾਰੀਖ ਯਾਦ ਰੱਖੋ, ਤੇ 4 ਸਤੰਬਰ ਦੀ ਤਾਰੀਖ ਵਿੱਚ ਉਹਨਾਂ ਨੇ ਇੱਕ ਮੀਰ ਸਾਹਿਬ ਦੀ ਜਿਹੜੀ ਹੈ ਨਾ ਵੀਡੀਓ, ਇਹਨੂੰ ਬੱਕਰ ਸਾਹਿਬ ਨੂੰ ਕਿੰਨੇ ਲਾਇਆ? ਆਵਾਜ਼ ਡੱਬ ਕਰਕੇ ਨਾ। ਬੱਕਰ ਸਾਹਿਬ ਨੂੰ ਲਿਆ ਕਿੰਨੀ ਸੀ? ਮੈਂ ਲਿਆ ਸੀ। ਅੱਛਾ, ਮੈਂ ਨਹੀਂ ਚੈੱਕ ਕੀਤਾ, ਤੇ ਫਿਰ ਲੈ ਲਓ ਤੁਸੀਂ। ਮੈਂ ਨਹੀਂ ਤਾਰਿਆ ਫਰਕ, ਤੁਸੀਂ ਲੈ ਲਓ। ਨਹੀਂ, ਮੈਂ ਉਹਨਾਂ ਨੂੰ ਸੁਣਿਆ, ਹੁਣ ਮਾਸ਼ਾਅੱਲਾ ਕੋਈ ਅੱਛੇ ਰੰਗ ਦੀ ਗੁਫ਼ਤਗੂ ਕਰਦੇ ਨੇ, ਤੇ ਕੋਈ ਹਰਜ ਨਹੀਂ, ਮੈਂ ਨਹੀਂ ਉਤਾਰਿਆ, ਉਹ ਆਪਣਾ ਤੁਸੀਂ ਲੈ ਲਓ। ਮੇਰੀ ਉਹਨਾਂ ਨਾਲ ਕੋਈ ਵਾਕਫੀਅਤ ਜਦੋਂ ਨਹੀਂ ਹੈ। ਕੋਈ ਅੱਛੀ ਗੁਫ਼ਤਗੂ ਕਰੇ, ਅਸੂਲੀ ਕਰੇ, ਮਕਸਦ ਦਲੀਲ ਨਾ ਕਰੇ, ਤੇ ਮੈਂ ਉਹਨਾਂ ਨੂੰ ਸੁਣਿਆ ਨਹੀਂ ਹੋਇਆ ਮੀਆਂ ਸਾਹਿਬ ਪਹਿਲੇ, ਤੇ ਮੈਂ ਇਸ ਤੋਂ ਰਿਕੁਐਸਟ ਉਹਨਾਂ ਦੀ ਆਂਦੀ ਹੈ, ਮੈਂ ਲਿਆ ਨਹੀਂ ਕਦੇ, ਲੇਕਿਨ ਮੈਂ ਤਾਰਿਆ ਵੀ ਨਹੀਂ ਉਹਨਾਂ ਨੂੰ ਜੇ ਤੁਸੀਂ ਲਿਆ। ਅੱਛਾ, ਜਾਂ ਫਿਰ ਖੁਦ ਹੀ ਛਲਾਂਗ ਮਾਰ ਗਏ ਨੇ? ਚਲੋ ਤੁਸੀਂ ਗੱਲ ਕਰੋ, ਮੈਂ ਚੈੱਕ ਕਰਨਾ। ਨਹੀਂ, ਮੈਂ ਕੀਤੀ ਇਨਵਾਈਟ ਉਹਨਾਂ ਨੂੰ। ਠੀਕ, ਕੋਈ ਮਸਲਾ, ਜਾਣਾ ਹੈ ਤੇ ਆ ਜਾਣਗੇ। ਚਲੇ ਠੀਕ ਜੀ ਐਮਜੀ ਸਾਹਿਬ, ਤੁਸੀਂ ਗੱਲ ਫਰਮਾ ਰਹੇ ਸੀ। ਉਹ ਬਸ ਮੈਂ ਵੀ ਕਹਿ ਰਿਹਾ ਸੀ ਕਿ 4 ਸਤੰਬਰ ਨੂੰ ਨਾ ਇਲਾਮਾ ਸਾਹਿਬ ਦੀ ਆਪਣੀ ਜਿਹੜੀ ਹੈ ਨਾ ਵਾਲ, ਉਹਦੇ ਤੇ ਮੀਰ ਸਾਹਿਬ ਦੀ ਤਸਵੀਰ ਇੱਕ ਵੀਡੀਓ ਬਣਾ ਕੇ ਉਹਨਾਂ ਨੇ ਲਾਈ ਹੋਈ ਹੈ, ਜਿਹੜੀ ਜਿਹਦੇ ਪਿੱਛੇ ਡਬਿੰਗ ਕੁਛ ਹੋਰ ਦੇ ਇੱਕ ਜਿਹੜਾ ਨਾ ਤਜ਼ੀਕਾ ਮੇਂ ਗੁਫ਼ਤਗੂ ਉਹਨਾਂ ਦੇ ਡਬ ਕੀਤੀ। ਉਹ ਗੱਲ ਹੈ ਕਿ ਇਲਾਮਾ ਸਾਹਿਬ ਨੂੰ ਇਹਦੀਆਂ ਚੀਜ਼ਾਂ ਦਾ ਕੋਈ ਨਹੀਂ ਪਤਾ ਹੁੰਦਾ, ਤੇ ਉਹ ਵੇਖੋ ਨਾ, ਸੌਂ ਜਾਂਦੇ ਨੇ, ਨਮਾਜ਼ ਦਾ ਟਾਈਮ ਹੋ ਜਾਂਦਾ, ਖਾਣਾ ਖਾਣ ਟੁਰ ਜਾਂਦੇ ਨੇ, ਤੇ ਹੁਸਨ ਜ਼ਾਨੇ 'ਚ ਰਹਿਣਾ ਚਾਹੀਦਾ ਕਿ ਸ਼ਾਇਦ ਇੰਝ ਹੀ ਹੋਵੇ। ਦੇਖੋ ਨਾ, ਉਹਨਾਂ ਨੇ ਗੱਲ ਕੀਤੀ ਤੇ ਮੈਂ ਖਾਮੋਸ਼ ਹੋ ਗਿਆ ਐਮਜੀ ਸਾਹਿਬ, ਹਾਲਾਂਕਿ ਮੈਂ ਵੀ ਹੁਸਨੇ ਜ਼ਾਨ ਤੋਂ ਕੰਮ ਲਿਆ, ਮੈਂ ਉਹ ਸਾਰੀ ਗੁਫ਼ਤਗੂ ਸੁਣ ਰਿਹਾ ਸੀ। ਨਾਲੇ ਇਲਾਮਾ ਸਾਹਿਬ ਜਿਹੜੇ ਹੁੰਦੇ ਨੇ ਨਾ, ਕਿਸੇ ਪਾਸੇ ਦੇ ਵੀ ਉਹਨਾਂ ਦਾ 7 ਮੀਆਂ 100 ਹੁੰਦਾ, ਤੇ ਉਹਨਾਂ ਨੂੰ ਸੇਫ ਪੈਸਾ ਹੀ ਦੇਈਦਾ ਹੁੰਦਾ। ਬਿਲਕੁਲ ਸਹੀ ਗੱਲ, ਕਿਉਂ ਜੀ ਸ਼ਾਰੀ ਸਾਹਿਬ? ਬਿਲਕੁਲ ਠੀਕ ਗੱਲ, ਬਿਲਕੁਲ ਦਰੁਸਤ ਫਰਮਾ ਰਹੇ ਤੁਸੀਂ। ਸਾਡੇ ਕੋਲ ਵੀ 2 ਲਾਮੇ ਥੱਲੇ ਆਏ ਸੀ ਜਿਹੜੇ ਗੈਰਤ ਵੰਡਦੇ ਫਿਰਦੇ ਸੀ, ਪਤਾ ਨਹੀਂ ਤੁਹਾਨੂੰ ਪਹੁੰਚੀ ਕਿਸੇ ਨੂੰ ਕਿ ਨਹੀਂ ਪਹੁੰਚੀ। ਨਹੀਂ, ਉਹਨਾਂ ਨੂੰ ਮਤਲਬ ਕਿ ਪਹੁੰਚ ਗਈ ਹੈ, ਕੋਈ ਮਸਲਾ ਨਹੀਂ। ਇਹ 2 ਬੰਦੇ ਜਿਹੜੇ ਨੇ, ਇਹਨਾਂ ਦਾ ਮੈਨੂੰ ਤੇ ਤਜਰਬਾ ਐਡਾ ਕੋਈ ਨਹੀਂ ਜਾਏਗਾ, ਕਾਲਾਂ ਪਾ ਕੇ ਬੈਠੇ ਨੇ, ਹੁਣ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਹੈ। ਇਹਦੀ ਕਿਹੜੀ ਗੱਲ ਹੈ ਕਿ ਬੁਰਾ ਬੋਲਣਗੇ ਤੇ ਬੋਲ ਕੇ ਚਲੇ ਜਾਣਗੇ, ਕੀ ਹੋ ਜਾਏਗਾ? ਚਲੋ ਇੱਕ ਨੂੰ ਟੈਸਟ ਕਰਨੇ ਆ ਜੀ। फैजान साहब वेलकम सर। अस्सलाम वालेकुम। वालेकुम सलाम। हाँ जी, की हाल चाल है जी? खैरियत है जी, अल्लाह का फजल। तो सुनाओ। बस सुबह दी याद ताज़ा करन आया दोबारा। फेवरेट 92 मियाँ साहब, उत्ते एमजी साहब बैठे ने, तले शहरी साहब बैठे ने, अवैस भाई ते वाकिफ ही ने मेरे तो, ते भट्टी साहब मेरा ख्याल है आज पहली मुलाकात है तुहाडे नाल। जी बिल्कुल। कोई नहीं, कोई कोई ऐसा बदतमीजी वाला गालीबाजी वाला मामला कोई नहीं। जज़ाक अल्लाह। फिर भावें 2 दिन बवो, साडे को सानू की तकलीफ है? हाँ, जिन्नी देर असीं बैठे हैं बादशाह हिस्सा हो तुसीं, रौला ही कोई नहीं। ਫਿਰ ਤੁਸੀਂ ਅਸੀਂ ਹਾਂ ਫੈਜ਼ਾਨ ਸਾਹਿਬ, ਫਿਰ ਤੁਸੀਂ ਅਸੀਂ ਹਾਂ। सहाबा का गुलाम साहब आए नहीं सिर रखा, ते सहाबा दे गुलाम असीं उन्हां दे गुलाम। इब्ने गुलाम इब्ने गुलाम इब्ने गुलाम। सहाबा के का गुलाम साहब पहुंच गए तुसीं उत्ते लाइव ते माइक भी तुहाडा ओपन है, ते बिस्मिल्लाह।
जितनी देर इन्होंने बोलना नहीं तो सस्पेंस ही रहना है। जी साहब का कलाम बोलने लगे हैं जी, बोलें जी। ਇਹਨਾਂ ਦਾ ਯਾਰ ਮੈਨੂੰ ਯਾਦ ਹੈ ਇਹ ਪਹਿਲੇ ਨਾ ਕੁਝ ਹੋਰ ਹੁੰਦਾ ਸੀ, ਆਈਡੀ ਇਹਨਾਂ ਦੀ USA ਦਾ ਫਲੈਗ ਲੱਗਾ ਹੁੰਦਾ ਸੀ। राणा साहब ਇਹ ਰਾਣਾ ਉਹੀ ਨੇ ਮੇਰਾ ਖਿਆਲ ਹੈ। USA क्वींस जी। राणा साहब की हाल चाल है, ठीक ठाक हो? ਅੱਛਾ ਮੀਆਂ ਸਾਹਿਬ, ਮੈਂ ਨਮਾਜ਼ ਪੜ੍ਹਨ ਲੱਗਾ, ਜੇ ਜਿਤਾਰਨਾ ਹੈ ਜਿਤਾਰ ਦਿਓ। ਵੈਸੇ ਵੀ ਅੱਜ ਗੱਲ ਹੋਈ। ਮੀਆਂ ਸਾਹਿਬ ਫਿਰ ਤੁਸੀਂ ਕਰੋ ਫੈਜ਼ਾਨ ਸਾਹਿਬ ਨਾਲ ਗੱਲ, ਇਹਨਾਂ ਨੂੰ ਸਾਹਿਬ ਨੂੰ ਥੋੜੀ ਦੇਰ ਲਈ ਭੇਜਦੇ ਆ ਨਾ ਥੱਲੇ ਰੂਮ। ਚਲੋ ਠੀਕ। चलो चले ठीक है, थैंक यू भाई आपका यार। शायद भाई आपका वो आप माइंड ना कीजिएगा, बस वो असल में मैंने बात करनी थी तो आप फिर करने नहीं दे रहे थे बात। नहीं अवैध भाई आप देखे मेरा उनसे पता क्या पॉइंट था? आवाज़ आ रही है? जी जी आ रही है मुझे। मेरा पॉइंट ये नहीं था कि क्या हुआ क्या नहीं हुआ। मेरा पॉइंट ये था कि सुना है मैंने, पता नहीं सही या गलत है, चलो मैं उसको जिक्र ही नहीं करता जो सुनी। क्या चीफ जस्टिस का काम था कि वो उलमा के अदालत में जाते? अगर उलमा को कोई इतराज़ भी था, कोई मसला भी था, तो उलमा का या कोई भी हो, बादशाह जब अदालत जब होती है तो अदालत का जो जज होता है खुदा के बाद वो सबसे बड़ा बादशाह होता है रुए ज़मीन पे। तो जिसको भी किसी को किसी किस्म का भी कोई इतराज़ था तो वो अपना लीगल दरख्वास्त लेके जाता। जज का कोई काम नहीं था, और वो भी सुप्रीम कोर्ट, ये भी नहीं कि कोई आम सिविल जज, बल्कि वैसे तो पंचायत के जो मुनसफ होते हैं उनका भी वही मकसद है कि मकाम होता है। तो एक सुप्रीम कोर्ट का जज, पाकिस्तान के कानून बनाने वाला, कवानीन में इंटरप्रिटेशन करने वाला, अप एंड डाउन करने वाला, तो वहाँ पे अदालत का तकद्दस, इंसाफ का तकद्दस ख़त्म हो गया। और मकसद है कि वहाँ पे कानून इंसाफ खुद चल के मुजरमों के पास चला गया। ये बात है। वो बात ये है कि देखिए, बात तो उन्होंने खुद ही उन्होंने बयान तो कर दिया, उन्होंने खुद ही अपने मुंह से कह दिया, और पीछे क्या चीज़ रहती। बात तो फिर वही है सिंपली, और क्या कह सकते हैं। मैं एक छोटी सी बात कर सकता हूँ? जी जी शरीफ भाई। मैं भी थोड़ा सा लॉ का स्टूडेंट तो रहा हूँ। असल में आप सबको पता ही है कि इस पे रिव्यू पिटीशन ऑलरेडी हो चुकी थी। कानून में कोई गुंजाइश नहीं थी। सुप्रीम कोर्ट में एक अपील गई, अपील पे फ़ैसला हुआ, फ़ैसले पे रिव्यू पिटीशन आई, रिव्यू पिटीशन पे फ़ैसला हुआ। अब कानूनी एतबार से इसको ओपन किया ही नहीं जा सकता था इस केस को। इस पे बेशुमार टॉक्स भी आई हैं, चैनल्स पे भी, टीवी चैनल्स पे भी टॉक्स आई हैं कि ये अब ये रिव्यू सानी नहीं था, ये रिव्यू सालिस था, और इसकी एक तो गुंजाइश नहीं थी। दूसरा, इसको अगर उन्होंने किया तो गैर कानूनी किया, और गैर कानूनी के साथ उनको आप मतीउल्लाह जान का आप जाके सुन लें, और मतीउल्लाह जान के अलावा भी सुन लें जाके। हालांकि वो कि हमारे इतने कोई वो नहीं है खैर खा मतीउल्लाह जान साहब, या उन्होंने इस पे बाकायदा प्रोग्राम किया रिकॉर्ड, और बाकायदा तासरात लिए हैं, और लाजवाब किया है उन उलमा को जो उस वक्त पेश थे वहाँ पे, कि आपने चैम्बर में जज को बुला के फ़ैसला आपने अपना लिखवाया उनको, और वो माने हैं कि हाँ जी ऐसे ही हुआ है वहाँ पे। इस सिलसिले में मैं थोड़ी सी बात करना चाहता हूँ। मेरे पास बाकायदा एक मैंने नोट किया, वो असल में एक मौलवी हजरात थे, वो जवाब दे रहे थे जो है ये जो इंजीनियर मोहम्मद अली मिर्ज़ा को। तो वो बाकायदा शायद ऑनलाइन भी पढ़ी हो, मैंने वो नोट भी की है। ये वाकई जो शरीफ भाई ने बात की है, वो उनको जवाब ये दे रहे थे कि ये देखें जी फैसला, वो असल में वो मिर्ज़ा इंजीनियर साहब कह रहे थे कि यही जो बात आपने कही है ना कि ये चेंज नहीं हो सकता, ये वाकई नज़रसानी नहीं है ये, लेकिन तरीका गलत था, और ये एक और फैसला दिया गया। लेकिन वो भी वहाँ पे वही यही तासर दे रहे थे कि जी ये फैसला चेंज हो गया। हालांकि जब वो मैंने अल्फाज उसको नोट करके पढ़ा तो उसमें वो उतली इबारत भी पढ़ रहे थे, अपने मतलब की इबारत वो पढ़ रहे थे जवाब देने के लिए। तो वो मैं पढ़ देता हूँ, लेकिन थोड़ा सा बिजी हूँ, आप इतनी देर बात करें, मैं वो दोबारा पढ़ देता हूँ। देखें जी, किस्सा मुख्तसर ये है कि पढ़ने पढ़ाने का इतना कोई नहीं मसला, जो होना था हो गया। सबसे बड़ी वायलेशन ये है कि जज जो है वो
मकसद मुद्दई या मुद्दा ला के घर नहीं जाता कि मुझे बताओ मैंने क्या फ़ैसला करना है, और वो भी सुप्रीम कोर्ट का। तो वो सीधी सीधी बात है कि ये कोई केस रहा ही नहीं। वो उसने उस अदालत आलिया सुप्रीम कोर्ट जो है उसकी सारी जो है ना वो तकजीब की है, और मकसद है कि उसका जो वकार मकाम मिट्टी में मिला दिया है पूरी दुनिया में। असल बात ये है। नहीं, उसके बावजूद मैं जो बात तो रख रहा भाईजान हूँ, उसके फैसले पे बावजूद हमें बोलने पढ़ने की ज़रूरत ही नहीं है, टाइम ज़ाया करना है। फैसला जो भी किया, असल बात थी अदलिया के वकार की, जज के वकार की। जब वो ही नहीं रहा तो फैसले को हम बत्ती बना ले यार, क्या करना है उसे पढ़ के? फजूल आदमी का फजूल फैसला, उसको क्या पढ़ के लेना है? जिसने अपना मकाम ही नहीं समझा जो अल्लाह और उसके रसूल ने उसे दिया था, और वो गुलाम हो गया मुद्दईयों का या मुद्दा लाया। अगर उनके पास है तो बेशक पढ़ लें, लेकिन एक बात ये भी है कि आप यूट्यूब पे चले जाएं, वो सारी रिकॉर्डिंग वहाँ पे आ गई हैं। जब मौलाना तकी उस्मानी साहब वो बैरून मुल्क थे, उनसे जो रब्ता हुआ, जो रिकॉर्डिंग है उसकी सारी ऑडियो की, जज साहब उनसे चीफ़ जस्टिस ऑफ पाकिस्तान उनसे जिस तरह गुफ्तगू फरमा रहे हैं और उनसे पूछ रहे हैं कि आप मुझे हुक्म करें, आपने कहाँ कहाँ तब्दीली करवानी है, आप मुझे सिर्फ इशारा कर दें या व्हाट्सएप कर दें, और कहाँ पे आपको, आप किस तरह चाहते हैं मुझे बता दें। मैं तो तालिब इल्म हूँ, और जो आप मेरे उस्ताद हैं, आप जो बताएंगे। चीफ जस्टिस ऑफ पाकिस्तान कह रहा है जी कि आपने जहाँ जहाँ जो करवाना है मुझे बता दें। जी शेर भाई, हमेशा मैं भी यही मैं अर्ज कर रहा हूँ। अगर मैंने थोड़ा से शार्ट अल्फाज बोले तो सारी बात यही थी मेरे कहने की। जी बिल्कुल। जज के बारे में होता है कि दो जो लड़ने वाले होते हैं उनके दरमियान में अंधा, क्योंकि जब भी कोई कहीं भी क्राइम होता है तो जज वहाँ मौके पे नहीं होता। इसलिए उन्हें पंजाबी कहते दो सुजा खेंद वेचन ना, कि दो वेखण वाले च एक अंधा। असल फरीक है, उन्होंने पता होंगे कि असी की किता कराया। जज ने उन्होंने दियां गुफ्तगू तो फैसला करना होता है एक तीसरी जगह ते बैठ के। लेकिन जज जो इस तरह का करनगे, और वो भी सुप्रीम कोर्ट ते तुसी रोड मॉडल की बने निचली अदलिया वास्ते, जिहड़ी कि 25 करोड़ की मकसद है कि आबादी वाले मुल्क की अदलिया वास्ते तुसी की रोड मॉडल बन के सबूत दिता है कि जिथे भारे बंदे आ जाने उन्होंने पैरों ही जाके बह जाओ। मियाँ साहब ये नीचे मौलवी साहब का मैसेज भी फिर पढ़ लें, फिर इतनी जरूरत कर लेता वो। नहीं अगे नहीं, मकसद देखो ने जरदारी ने नहीं कटहरे खड़ा किया, इन्होंने जजा ने हुकूमतां खड़ा कर दिता, वजीर आजमा सारिਆਂ ਨੂੰ। तो मियाँ साहब वो देखें ना, आमिर नज़ीर साहब तो खुद ही ये बात कह के तो गए हैं कि बस जो अवेलेबल है, जो सिस्टम है, बस उसके तहत ही चलना चाहिए। हाँ तो वही हो गया ना कि जिसकी लाठी उसकी भैंस। हाँ जी, तो अब आपको मानना चाहिए ये तो मतलब सीधा सीधी बात वही है। आपके साथ आर्गूमेंट्स और ये चीज़ें नहीं होगी, आपको जो कह दिया बस आप उसको माने, अब इसके ऊपर कोई दूसरी राय नहीं है। नहीं अवैस भाई, साथ ये भी देखें ना कि ये भी कहते हैं इंसाफ हो रहा है, ये भी तो ये बात फिर गलत है। वो अब उसके और देखें, अब इससे ज्यादा बेनिफिट क्या होगा? देखिए मैंने कहा कि मेरा आपसे इख्तिलाफ है, मैं आपसे भी, आपको पता है मैं आर्गूमेंट करता हूँ, इख्तिलाफ मेरा आपसे है और मेरा पूरा हक है आपसे रखने का। भाई कुरान करीम में जो अल्लाह ताला ने बताया वो हुक्म मानना चाहिए। मेहरबानी करके सुन लें, हम भी सुन रहे थे। आप कहते हैं हमें कि आप मान लें और जो उन्होंने कहा है वो मानना चाहिए, ऐसा नहीं है। अल्लाह ताला का हुक्म कुरान करीम में ये है कि अतीउल्लाह व अतीउर रसूल व उलुल अमर, अल्लाह और अल्लाह के रसूल की इतायत करो और जो तुम्हारा हाकम है उसकी इतायत करो, और जब तुम दोनों में इख्तलाफ हो जाए तो फिर हुक्म ये है कि तुम अल्लाह और अल्लाह के रसूल की तरफ पलट जाओ। जज्जा साहब मैं तो आपकी तस्दीक, एक मिनट मैं तस्दीक कर दूं, ये अवैस भाई का नहीं है ये आर्गूमेंट, वो इस चीज़ को खुद अच्छा नहीं समझते, लेकिन उन्होंने अपने इल्म के लिए अलामा साहब से, आमिर नज़ीर साहब पे इस पे राय ली थी, तो उन्होंने ये वो बता रहे हैं कि उन्होंने इरशाद फरमाया कि जो कहा गया मान लो। अवैस साहब की ज़ाती राय नहीं है इस मामले में। ठीक है, वो ऐसा नहीं हो सकता कि जो कोई कहे वो मान लो, अल्लाह का हुक्म और रसूल का मान। हाँ जी, इस चीज़ का तो उनको भी इल्म है अवैस साहब को, इसलिए तो उन्होंने कहा था कि मैं अपने इल्म के लिए ये एक नुक्ता पूछना चाहता हूँ।
तो उस पर वो इनको ये जवाब दे गए हैं, वो उनका बता रहे हैं, अपना नहीं कह रहे। ते ठीक फैजान साहब तुसी कोई गलबात अच्छी कोई तरबियत वाली गल करो सानू। साहब इंशाल्लाह मैं जेड़ा ना जी वक्त काफ़ी हो गया, मैं काफ़ी देर दी रिक्वेस्ट की हुई सी मेरा मैं सोन का प्रोग्राम है इंशाल्लाह, फिर कल परसों किसी टाइम गल करांगे। ठीक है सर, ठीक है, बड़ी मेहरबानी। ठीक है, मेहरबानी। ठीक है भट्ट साहब, मेरे को भी नमाज़ां दा टाइम होया, मैं भी इजाजत लांगा। सारे दोस्तों को इजाजत लवांगा। बहुत बहुत शुक्रिया, टाइम बहुत ज्यादा हो गया मेरे को जी। ओके जी भाई बहुत शुक्रिया। जज साहब ਤੁਸੀਂ ਕਹਿ ਰਹੇ ਸੀ ਕਾਫੀ ਦੇਰ ਦੀ ਰਿਕੁਐਸਟ ਸੀ, ਮੈਂ ਨਹੀਂ ਦੇਖੀ ਜਨਾਬ। ਜੀ ਜੀ ਮੈਂ ਕਿਹਾ ਜੀ ਜੱਜਾ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਰਿਕੁਐਸਟ ਕਾਫੀ ਦੇਰ ਦੀ ਸੀ ਮੇਰੀ। ਜੱਜਾ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਜਨਾਬ। नहीं मैंने रिक्वेस्ट काफी देर दी नहीं डाली, मैं सिग्नल थोड़े ने ना। अच्छा अच्छा।